ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤੁਹਾਡਾ ਮੁੱਦਾ ਸਾਡੀ ਜ਼ਿੰਮੇਵਾਰੀ ਤੇ ਮੈਂ ਜਤਿੰਦਰ ਸਿੰਘ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰਨੀ ਹੈ ਮਹਿੰਗਾਈ ਨੂੰ ਲੈ ਕੇ। ਦਰਅਸਲ ਸਰਕਾਰ ਦੇ ਵੱਲੋਂ ਜੋ ਐਲਾਨ ਕੀਤਾ ਗਿਆ, ਸਰਕਾਰ ਦੇ ਵੱਲੋਂ ਜੋ ਫੈਸਲਾ ਸੁਣਾਇਆ ਗਿਆ, ਉਸ ਦੇ ਮੁਤਾਬਕ ਹੁਣ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ। ਪਹਿਲਾਂ ਤੋਂ ਮਹਿੰਗਾਈ ਦੀ ਮਾਰ ਚੱਲ ਰਹੇ ਲੋਕ ਹੁਣ ਹੋਰ ਵੀ ਮਹਿੰਗਾਈ ਦੇ ਬੋਝ ਥੱਲੇ ਦਬੇ ਜਾਣਗੇ। ਕਿੰਨਾ ਕੁ ਅਸਰ ਜੇਬ ਦੇ ਉੱਤੇ ਹੁੰਦਾ ਹੈ, ਇਸ ਦੇ ਨਾਲ ਰਸੋਈ ਦਾ ਜਿਹੜਾ ਸਾਰਾ ਬਜਟ ਹੈ ਉਹ किस तरह गड़बड़ा जाता है, या फिर ਜਿਹੜੇ ਲੋਕ रोज़ दिहाड़ी दप्पा करके अपना पेट पालते, अपने परिवार का पेट पालते हैं, उन्होंने ਦੇ ਉੱਤੇ इस चीज़ का कितना ਕੁ प्रभाव पऊगा, उसका जिक्र ਆਪਾਂ करना है। नाल दी नाल ਬੈਂਕਾਂ ਦੀਆਂ ਵਿਆਜ ਦਰਾਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਵਾਧਾ ਹੋਇਆ, ਇਸ ਦੇ ਨਾਲ ਲੋਕਾਂ ਦੇ ਉੱਤੇ ਕਿੰਨਾ ਅਸਰ ਪਏਗਾ ਉਸ ਦਾ ਵੀ ਜ਼ਿਕਰ ਅਸੀਂ ਕਰਾਂਗੇ। ਤੁਸੀਂ ਵੀ ਸਾਡੇ ਨਾਲ ਜੁੜਨਾ ਹੈ, ਆਪਣੀ ਰਾਏ ਵੀ ਦੇਣੀ ਹੈ, ਔਰ ਇਸ ਦਾ ਅਸਰ ਤੁਹਾਡੇ ਤੇ ਕਿੰਨਾ ਕੁ ਹੁੰਦਾ ਉਹ ਜ਼ਰੂਰ ਸਾਡਾ ਨਾਲ ਸਾਂਝਾ ਕਰਿਓ। ਔਰ ਸਰਕਾਰਾਂ ਇਸ ਨੂੰ ਠੱਲ ਕਿਉਂ ਨਹੀਂ ਪਾ ਰਹੀਆਂ, ਇਸ ਮਸਲੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਨੀ ਹੈ ਵਿਸਤਾਰ ਦੇ ਨਾਲ। ਉਸ ਤੋਂ ਪਹਿਲਾਂ ਜਿਹੜੇ ਸਵਾਲ ਸਾਡੇ ਰਹਿਣਗੇ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਕਿ ਸਵਾਲ ਕੀ ਹੋਣਗੇ। ਉਸ ਤੋਂ ਬਾਅਦ ਫਿਰ ਜਿਹੜਾ ਨੰਬਰ ਫਲੈਸ਼ ਹੋਏਗਾ ਉਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ, ਆਪੋ ਆਪਣੀ ਰਾਏ ਦੇਣੀ ਹੈ। ਪਰ ਇਹ ਮਹਿੰਗਾਈ ਕਿਵੇਂ ਆਮ ਆਦਮੀ ਦਾ ਲੱਕ ਤੋੜ ਰਹੀ ਹੈ, ਇਸ ਦੇ ਨਾਲ ਕਿਵੇਂ ਲੋਕ ਪ੍ਰਭਾਵਿਤ ਹੋ ਰਹੇ ਨੇ ਤੇ ਵਿਰੋਧੀਆਂ ਨੇ ਕਿੰਜ ਸਰਕਾਰ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਲਿਆ, ਆਪਾਂ ਪਹਿਲਾਂ ਇਹ ਰਿਪੋਰਟ ਦੇਖ ਲਈਏ। ਕਦੇ ਗੈਸ ਸਿਲੰਡਰ ਦਾ ਰੇਟ ਵੱਧ ਜਾਂਦਾ ਹੈ, ਕਦੇ ਸਬਜ਼ੀਆਂ ਦਾ ਰੇਟ ਵੱਧ ਜਾਂਦਾ ਹੈ ਤੇ ਕਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ। ਗਰੀਬ ਬੰਦਾ ਕਰੇ ਤਾਂ ਆਖਰ ਕੀ ਕਰੇ, ਇਹ ਬੋਲ ਘਰ ਨੂੰ ਚਲਾਉਣ ਵਾਲੀ ਤੇ ਘਰ ਦੇ ਖਰਚੇ ਦਾ ਹਿਸਾਬ ਰੱਖਣ ਵਾਲੀ ਮਹਿਲਾ ਦੇ ਲਈ। ਇਹ ਬੋਲ ਸਿਰਫ ਇਸ ਮਹਿਲਾ ਦੇ ਨਹੀਂ ਬਲਕਿ ਦੇਸ਼ ਦੀਆਂ ਕਿੰਨੀਆਂ ਹੀ ਮਹਿਲਾਵਾਂ ਦੇ ਹੋਣਗੇ। ਹਾਲਾਂਕਿ ਸਿਰਫ ਮਹਿਲਾਵਾਂ ਹੀ ਨਹੀਂ, ਪੁਰਸ਼ ਵੀ ਮਹਿੰਗਾਈ ਦੀ ਮਾਰ ਤੋਂ ਤੰਗ ਨੇ। ਜਦੋਂ ਵੀ ਕਿਤੇ ਸਰਕਾਰ ਐਲਾਨ ਕਰਦੀ ਹੈ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਵਸਤੂਆਂ ਦਾ ਭਾਅ ਹੁਣ ਵੱਧ ਰਿਹਾ, ਤਾਂ ਘਰ ਨੂੰ ਚਲਾਉਣ ਤੇ ਖਰਚੇ ਦਾ ਹਿਸਾਬ ਰੱਖਣ ਵਾਲੇ ਇਸ ਗੱਲ ਨੂੰ ਲੈ ਕੇ ਫਿਕਰ ਦੇ ਵਿੱਚ ਆ ਜਾਂਦੇ ਆ ਕਿ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਹੁਣ ਸਰਕਾਰ ਦੇ ਇੱਕ ਹੋਰ ਫੈਸਲੇ ਨੇ ਅਜਿਹੇ ਲੋਕਾਂ ਦੀ ਚਿੰਤਾ ਵਧਾਈ ਹੈ। ਦਰਅਸਲ ਘਰੇਲੂ ਗੈਸ ਦੀਆਂ ਕੀਮਤਾਂ ਦੇ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ, ਜੋ ਮੱਧਮ ਵਰਗ ਪਰਿਵਾਰਾਂ ਤੇ ਖਾਸ ਕਰਕੇ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰਾਂ ਲਈ ਇੱਕ ਵੱਡਾ ਝਟਕਾ ਹੈ। ਘਰੇਲੂ ਗੈਸ ਦੀਆਂ ਕੀਮਤਾਂ ਦੇ ਵਿੱਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ, ਤਾਂ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਦੇ ਵਿੱਚ 350 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਬੈਂਕਾਂ ਦੀ ਵਿਆਜ ਦਰਾਂ ਵੀ ਵਧਾ ਦਿੱਤੀਆਂ ਗਈਆਂ ਨੇ, ਜਿਸ ਦਾ ਅਸਰ ਲੋਕਾਂ ਦੇ ਉੱਤੇ ਜ਼ਰੂਰ ਪਏਗਾ। ਕੇਂਦਰ ਦੀ ਮੌਜੂਦਾ ਸਰਕਾਰ ਸੱਤਾ ਦੇ ਵਿੱਚ ਮਹਿੰਗਾਈ ਘੱਟ ਕਰਨ ਦਾ ਦਾਅਵਾ ਕਰਕੇ ਆਈ ਸੀ, ਪਰ ਮਹਿੰਗਾਈ ਕਿੱਥੇ ਹੈ ਇਹ ਲੋਕ ਚੰਗੀ ਤਰ੍ਹਾਂ ਜਾਣਦੇ ਨੇ। ਲੋਕ ਸਭ ਕੁਝ ਜਾਣਦੇ ਨੇ, ਪਰ ਲੋਕ ਕਰਨ ਤਾਂ ਕਰਨ ਕੀ, ਬਸ ਸਰਕਾਰਾਂ ਨੂੰ ਅਪੀਲ ਹੀ ਕਰ ਸਕਦੇ ਨੇ ਜੋ ਕਰ ਵੀ ਰਹੇ ਆ। ਕੀ ਕੁਝ ਆਖ ਰਹੇ ਨੇ ਲੋਕ, ਸੁਣਦੇ ਆ। ਗਰੀਬ ਵਾਲੇ ਦੀ ਮੁਸ਼ਕਿਲ ਹੈ ਸਿਲੰਡਰ ਦਾ, ਕਦੇ ਸਕੂਲ ਦੀ ਪੜ੍ਹਾਈਆਂ ਦਾ ਵੱਧ ਜਾਂਦੇ, ਕਦੇ ਸਬਜ਼ੀਆਂ ਦੇ ਵੱਧ ਜਾਂਦੇ ਹੈ, ਤੇ ਗਰੀਬ ਪਰਿਵਾਰ ਵਿਚਾਰਾ ਕੀ ਕਰੇਗਾ। ਗਰੀਬ ਪਰਿਵਾਰ ਤੇ ਇੱਧਰ ਵੀ ਮਰਿਆ ਤੇ ਉੱਧਰ ਵੀ ਮਰਿਆ, ਤੇ ਸਿਲੰਡਰ ਦਾ ਰੇਟ ਘਟਣਾ ਚਾਹੀਦਾ ਹੈ। ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੋ ਜਾਂਦਾ। ਹਾਂਜੀ, ਬਹੁਤ ਜ਼ਿਆਦਾ। ਤੇ ਕੀ ਮੰਗ ਕੀ ਕਰਦੇ ਸਰਕਾਰ ਤੋਂ? ਅਸੀਂ ਇਹੀ ਮੰਗ ਕਰਦੇ ਹਾਂ ਵੀ ਰੇਟ ਘਟਾਓ, ਰੇਟ ਵਧਾਓ ਨਾ। ਬਹੁਤ ਔਖਾ ਹੁੰਦਾ, ਗਰੀਬ ਬੰਦਾ ਕੀ ਕਰੇਗਾ, ਇੰਨੀ ਤਾਂ ਕਮਾਈ ਨਹੀਂ ਹੁੰਦੀ, ਕੀ ਕਰੇਗਾ ਬੰਦਾ। ਕਿੰਨਾ ਕੁ ਇੱਕਦਮ ਘਰ ਦਾ ਬਜਟ ਹਿਲ ਜਾਂਦਾ ਹੈ? ਕੰਮ ਤਾਂ ਇੰਨਾ ਹੁੰਦਾ ਨਹੀਂ, ਤੇ ਇੰਨਾ ਖਰਚਾ ਵਧੇ ਪਏ ਹੈ, ਗਰੀਬ ਲੋਕ ਕੀ ਕਰਨਗੇ। ਸਰਕਾਰ ਹੈ ਸਹਾਇਤਾ ਕਰੇ ਤੇ ਰੇਟ ਹਰ ਚੀਜ਼ ਦਾ ਘੱਟ ਕਰੇ, ਤਾਂ ਹੀ ਗਰੀਬ ਬੰਦਾ ਬਚੇਗਾ, ਐਵੇਂ ਥੋੜ੍ਹਾ ਬਚੇਗਾ। ਬਹੁਤ ਮੁਸ਼ਕਿਲ ਹੋ ਜਾਂਦਾ, ਬਹੁਤ ਮੁਸ਼ਕਿਲ ਹੁੰਦੀ ਹੈ, ਕੀ ਕਰੇ ਬੰਦਾ। ਪਹਿਲਾ ਸਿਲੰਡਰ ਮਿਲਦਾ ਸੀ 450 ਦਾ, ਲੋਕ ਐਡਵਾਂਸ ਭਰਾ ਕੇ ਰੱਖਦੇ ਸੀ। ਹੁਣ 1100 1200 ਦਾ ਸਿਲੰਡਰ ਹੈਗਾ, ਕੌਣ ਭਰਾਊਗਾ? ਇਹਦਾ ਕੀ ਫਾਇਦਾ ਹੈ? ਕੋਈ ਫਾਇਦਾ। ਬਹੁਤ ਜ਼ਿਆਦਾ ਮਹਿੰਗਾਈ ਹੈ। ਤੇ ਕਿੰਨਾ ਕੁ ਔਖਾ ਹੋ ਜਾਂਦਾ ਇੱਕੋਦਮ ਘਰ ਦਾ ਬਜਟ ਹਿਲ ਜਾਂਦਾ ਹੈ? ਬਾਊ ਜੀ ਕਿੱਥੇ 450 ਦਾ ਭਰਾਉਂਦੇ ਸੀ ਆਪਾਂ, ਕਿੱਥੇ 1100 ਰੁਪਈਆ। ਹੁਣ ਤਾਂ ਬਜਟ ਸਾਰਾ ਹਿੱਲਿਆ ਪਿਆ ਸਾਰਾ, ਬਹੁਤ ਜ਼ਿਆਦਾ ਮਹਿੰਗਾ। ਹਰ ਚੀਜ਼ ਮਹਿੰਗਾਈ ਆ, ਹਰ ਚੀਜ਼ ਮਹਿੰਗੀ ਹੋ ਗਈ। ਪੈਟਰੋਲ ਮਹਿੰਗਾ, ਡੀਜ਼ਲ ਮਹਿੰਗਾ, ਰੇਲ ਦੇ ਕਿਰਾਏ ਤਕਾਤ ਮਹਿੰਗੇ ਹੋ ਗਏ। ਕਿੱਥੇ 10 ਰੁਪਏ ਮੱਖੂ ਜਾਂਦੇ ਸੀ, ਹੁਣ 30 ਰੁਪਏ ਲੱਗਦੇ ਆ। ਭਾਜੀ ਇਹ 50 ਬਜਟ ਵੱਧ ਗਿਆ ਭਾਜੀ, ਬਹੁਤ ਮੁਸ਼ਕਿਲ ਕੰਮ ਹੋ ਗਿਆ। ਵੈਸੇ 50 ਰੁਪਏ ਕਰਕੇ ਸਿਲੰਡਰ ਅੱਜ 1200-1300 ਰੁਪਏ ਪਹੁੰਚਾਤਾ ਜੀ। ਦੇਖੋ ਜੀ ਬਹੁਤ ਗਲਤ ਗੱਲ ਹੈ, ਸਰਕਾਰ ਨੂੰ ਰੇਟ ਜਾਇਜ਼ ਕਰਨਾ ਚਾਹੀਦਾ। ਇਹ ਮਹੀਨਾ ਕੁ ਹੁੰਦਾ, ਫਿਰ 50 ਵਧਾ ਦਿੰਦੇ, ਫਿਰ ਮਹੀਨਾ ਕੁ ਹੁੰਦਾ 50 ਵਧਾ ਦਿੰਦੇ ਆ, ਗਲਤ ਗੱਲ ਹੈ ਵੈਸੇ।
ਲੋਕਾਂ ਨੇ ਤਾਂ ਸਰਕਾਰਾਂ ਨੂੰ ਆਪਣੇ ਹਾਲਾਤ ਬਿਆਨ ਕਰਨੇ ਹੁੰਦੇ ਆ, ਅੱਗੇ ਸਰਕਾਰਾਂ ਦੀ ਮਰਜ਼ੀ, ਪਰ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਸਰਕਾਰਾਂ ਨੂੰ ਜਗਾਉਣਾ ਤੇ ਉਹਨਾਂ ਦੇ ਕੀਤੇ ਹੋਏ ਵਾਅਦਿਆਂ ਨੂੰ ਯਾਦ ਕਰਵਾਉਣਾ। ਤੁਸੀਂ ਆਪਣੇ ਵਾਅਦਿਆਂ ਤੇ ਖਰੇ ਉਤਰੇ ਜਾਂ ਨਹੀਂ, ਇਹ ਦੱਸਣਾ। ਸਾਲ 2013 ਦੇ ਵਿੱਚ ਕੇਂਦਰ 'ਚ ਕਾਂਗਰਸ ਦੀ ਸਰਕਾਰ ਸੀ ਤੇ ਭਾਜਪਾ ਮਹਿੰਗਾਈ ਦੇ ਮੁੱਦੇ ਤੇ ਕਾਂਗਰਸ ਨੂੰ ਪਾਣੀ ਪੀ ਕੇ ਕੋਸਦੀ ਰਹੀ। ਸੱਤਾ ਬਦਲੀ ਤੇ ਕਮਾਨ ਭਾਜਪਾ ਦੇ ਹੱਥ ਆਈ, ਪਰ ਮਹਿੰਗਾਈ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ। ਜੋ ਉਸ ਸਮੇਂ ਭਾਜਪਾ ਕਰਦੀ ਸੀ ਹੁਣ ਉਹ ਕਾਂਗਰਸ ਕਰ ਰਹੀ ਹੈ, ਮਤਲਬ ਧਰਨੇ ਪ੍ਰਦਰਸ਼ਨ। देश के प्रधानमंत्री के खिलाफ अज प्रोटेस्ट है, कल परसों ਨੂੰ बीजेपी दफ्तर का खिलाफ प्रोटेस्ट करांगे। पूरे देश 'ਚ रोष है। ਅੱਜ सुबह उठ के पता लग्या कि 50 रुपए सिलेंडर का रेट ਵਧਿਆ ਹੋਇਆ ਤੇ ਅਸੀਂ ਅੱਜ ਇਹ ਚੁੱਲ੍ਹੇ ਲੈ ਕੇ ਆਏ ਹਾਂ ਕਿ ਚੁੱਲ੍ਹੇ ਚਲਾਓ, ਗੈਸ ਤਾਂ ਹੁਣ ਚਲਾਣੀ ਹੋਣੀ ਕਿਉਂਕਿ ਦਿਨ ਪਰ ਦਿਨ ਗੈਸ ਦਾ ਰੇਟ ਵਧ ਰਿਹਾ ਜੀ। ਚਲੋ ਨਾਲੇ 2-3 ਦਿਨਾਂ 'ਚ ਬੀਜੇਪੀ ਦਫ਼ਤਰ ਦਾ ਖਰਾਬ ਕਰਾਂਗੇ ਜੀ, ਕਿਉਂਕਿ ਐਵੇਂ ਤਾਂ ਗੱਲ ਬਣੂਗੀ ਨਹੀਂ ਜੀ। ਸਿਆਸੀ ਪਾਰਟੀਆਂ ਤਾਂ ਸਿਆਸਤ ਕਰਦੀਆਂ ਹੀ ਨੇ। ਅਕਸਰ ਆਖਦੇ ਨੇ ਕਿ ਸਿਆਸਤਦਾਨ ਗਿਰਗਟ ਵਾਂਗ ਰੰਗ ਵੀ ਬਦਲਦਾ ਹੈ ਤੇ ਬਿਆਨ ਵੀ। ਪਰ ਕਾਂਗਰਸ ਦੀ ਸਰਕਾਰ ਸਮੇਂ ਇੱਕ ਹੋਰ ਵਿਅਕਤੀ ਮਹਿੰਗਾਈ ਦੇ ਖਿਲਾਫ ਚਟਾਨ ਵਾਂਗ ਖੜੇ ਹੋਣ ਦਾ ਦਾਅਵਾ ਕਰਦਾ ਸੀ। ਸਰਕਾਰ ਬਦਲਣ ਦੀ ਅਪੀਲ ਕਰਦਾ ਸੀ। ਉਹ ਵਿਅਕਤੀ ਆਖ ਰਿਹਾ ਸੀ ਕਿ ਸਾਨੂੰ ਉਹ ਸਰਕਾਰ ਚਾਹੀਦੀ ਹੈ ਜੋ ਸਾਨੂੰ 40 ਰੁਪਏ ਪੈਟਰੋਲ ਤੇ 300 ਰੁਪਏ ਸਿਲੰਡਰ ਦੇਵੇ। ਇਹ ਇਸ਼ਾਰਾ ਭਾਜਪਾ ਵੱਲ ਸੀ। ਸ਼ਾਇਦ ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦਾ ਜ਼ਿਕਰ ਕਰ ਰਹੇ ਹਾਂ। ਜੀ ਹਾਂ, ਜੇਕਰ ਨਹੀਂ ਸਮਝੇ ਤਾਂ ਫਿਰ ਅਸੀਂ ਦੱਸ ਦਿੰਦੇ ਹਾਂ। ਜ਼ਿਕਰ ਬਾਬਾ ਰਾਮਦੇਵ ਦਾ ਹੋ ਰਿਹਾ। ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ। ਪੈਟਰੋਲ ਦੀਆਂ ਕੀਮਤਾਂ ਇਸ ਵਕਤ 100 ਰੁਪਏ ਦੇ ਕਰੀਬ ਪਹੁੰਚ ਚੁੱਕੀਆਂ, ਪਰ ਬਾਬਾ ਰਾਮਦੇਵ ਦੀ ਆਵਾਜ਼ ਨਹੀਂ ਉੱਠੀ। ਸਿਲੰਡਰ ਦੀਆਂ ਕੀਮਤਾਂ 1100 ਦਾ ਅੰਕੜਾ ਪਾਰ ਕਰ ਗਈਆਂ ਨੇ, ਪਰ ਬਾਬਾ ਰਾਮਦੇਵ ਦਾ ਬਿਆਨ ਨਹੀਂ ਆਇਆ। ਹਾਲਾਂਕਿ ਕੁਝ ਸਮਾਂ ਪਹਿਲਾਂ ਜਦੋਂ ਮਹਿੰਗਾਈ ਨੂੰ ਲੈ ਕੇ ਬਾਬਾ ਰਾਮਦੇਵ ਤੋਂ ਸਵਾਲ ਕੀਤਾ ਗਿਆ ਸੀ ਤਾਂ ਉਹਨਾਂ ਸਵਾਲ ਪੁੱਛਣ ਵਾਲੇ ਪੱਤਰਕਾਰ ਨੂੰ ਆਖਿਆ ਸੀ ਕਿ ਨਹੀਂ ਦਿੰਦਾ ਜਵਾਬ, ਹੁਣ ਮੇਰੀ ਕੀ ਪੂਛ ਪੜੇਗਾ। ਸਵਾਲ ਹੁਣ ਇਹ ਹੈ ਕਿ ਜੇਕਰ ਕੋਈ ਸੁਣਦਾ ਨਹੀਂ, ਲੋਕਾਂ ਲਈ ਕੋਈ ਬੋਲਦਾ ਨਹੀਂ, ਤਾਂ ਫਿਰ ਲੋਕ ਕਿੱਧਰ ਜਾਣ। ਤਾਂ ਇਹ ਮਹਿੰਗਾਈ ਨੂੰ ਲੈ ਕੇ ਰਿਪੋਰਟ ਸੀ। ਹੁਣ ਜਿਹੜੇ ਸਵਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਰਹਿਣਗੇ ਕਿ ਮਹਿੰਗਾਈ ਤੋਂ ਲੋਕ ਕਿੰਨੇ ਕੁ ਤੰਗ ਹੁੰਦੇ ਆ, ਮਹਿੰਗਾਈ ਦਾ ਜਿਹੜਾ ਇਹ ਪੰਪ ਡਿੱਗਿਆ ਉਸ ਤੋਂ ਲੋਕ ਕਿੰਨੇ ਪਰੇਸ਼ਾਨ ਹੋਣਗੇ, ਮਹਿੰਗਾਈ ਦੀ ਮਾਰ ਲੋਕਾਂ ਦੇ ਉੱਤੇ ਕਿੰਨਾ ਕੁ ਭਾਰ ਪਾਏਗੀ, ਸਿਲੰਡਰ ਦੇ ਜੋ ਭਾਅ ਵਧੇ ਨੇ ਲੋਕ ਕੀ ਇਸ ਦੇ ਨਾਲ ਸਾਹ ਲੈ ਸਕਣਗੇ, ਕਿਉਂਕਿ ਲੋਕ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਹਰ ਚੀਜ਼ ਮਹਿੰਗੀ ਹੈ ਔਰ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੈ। ਬੈਂਕਾਂ ਦਾ ਮਹਿੰਗਾ ਕਰਜ਼ ਵਿਆਜ ਦਰ ਜਿਹੜਾ ਉਹ ਕੀ ਲੋਕਾਂ ਦੀ ਨੀਂਦ ਉਡਾਏਗਾ। ਮਹਿੰਗਾਈ ਵਧੀ ਤਾਂ ਕਿਸਾਨ ਦੇ ਆਲੂ ਦੀ ਕੀਮਤ ਕਿਉਂ ਘਟੀ ਹੈ, ਇਹ ਵੀ ਇੱਕ ਵੱਡਾ ਸਵਾਲ ਹੈ, ਕਿਉਂਕਿ ਹੁਣ ਜਿਹੜੀ ਫਸਲ ਮੰਡੀਆਂ ਦੇ ਵਿੱਚ ਜਾ ਰਹੀ ਹੈ ਜਾਂ ਕਿਸਾਨ ਜਿਹੜੇ ਆਲੂ ਵੇਚ ਰਿਹਾ ਉਸ ਦੇ ਉਹਨੂੰ ਭਾਅ ਨਹੀਂ ਮਿਲ ਰਿਹਾ ਔਰ 3 ਜਾਂ 4 ਰੁਪਏ ਤੱਕ ਆਲੂ ਦਾ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ। ਕੀ ਘਰਾਂ ਦੇ ਵਿੱਚ ਹੁਣ ਫਿਰ ਚੁੱਲ੍ਹੇ ਬਲਣਗੇ, ਕਿਉਂਕਿ ਗੈਸ ਜੇਕਰ ਇਸੇ ਤਰ੍ਹਾਂ ਮਹਿੰਗਾ ਹੁੰਦਾ ਰਿਹਾ ਤਾਂ ਫਿਰ ਲੋਕਾਂ ਨੂੰ ਵਾਪਸ ਮੁੜਨਾ ਪਏਗਾ। ਇਹ ਸਾਰੇ ਸਵਾਲ ਹੋਣਗੇ, ਇਹਨਾਂ ਦੇ ਉੱਤੇ ਤੁਸੀਂ ਆਪੋ ਆਪਣੀ ਰਾਏ ਵੀ ਸਾਡੇ ਨਾਲ ਸਾਂਝੀ ਕਰਿਓ। ਜੇ ਤੁਹਾਡੇ ਸਵਾਲ ਹੋਣਗੇ ਤਾਂ ਉਹ ਵੀ ਆਪਾਂ ਲਵਾਂਗੇ, ਕਿਉਂਕਿ ਸਾਡੇ ਨਾਲ ਅਰਥ ਸ਼ਾਸਤਰੀ RS ਘੁੰਮਣ ਵੀ ਜੁੜਨਗੇ ਜੋ ਆਪਣੇ ਇਸ ਸਾਰੇ ਮਸਲੇ ਦੇ ਉੱਤੇ ਜਿਹੜਾ ਜਾਣਕਾਰੀ ਵੀ ਰੱਖਦੇ ਆ ਕਿ ਕਿਸ ਹਿਸਾਬ ਦੇ ਨਾਲ ਮਹਿੰਗਾਈ ਵੱਧਦੀ ਹੈ, ਇਸ ਦੇ ਪਿੱਛੇ ਕਾਰਨ ਕੀ ਹੁੰਦੇ ਆ ਔਰ ਕਿਉਂ ਸਰਕਾਰਾਂ ਇਸ ਨੂੰ ਠੱਲ ਨਹੀਂ ਪਾ ਰਹੀਆਂ। ਇਸ ਸਾਰੇ ਦੇ ਉੱਤੇ ਆਪਾਂ ਉਹਨਾਂ ਤੋਂ ਵੀ ਜਿਹੜੇ ਸਵਾਲ ਲੈਣੇ ਆ। ਨਾਲ ਵਿਕਰਮ ਸੰਧੂ ਮੇਰੇ ਸਹਿਯੋਗੀ ਉਹ ਵੀ ਸਾਡੇ ਨਾਲ ਹੋਣਗੇ। ਇਸ ਵਿਸ਼ੇ ਦੇ ਉੱਤੇ ਰਿਸਰਚ ਕਾਫੀ ਜ਼ਿਆਦਾ ਕਰਦੇ ਰਹਿੰਦੇ ਆ ਔਰ ਉਹਨਾਂ ਨੂੰ ਇਸ ਦੇ ਜੋ ਡਾਟਾ ਆ ਕਿ ਕਿਸ ਹਿਸਾਬ ਦੇ ਨਾਲ ਕਿਵੇਂ ਮਹਿੰਗਾਈ ਵੱਧਦੀ ਰਹੀ ਹੈ ਸਰਕਾਰਾਂ ਦੇ ਵਿੱਚ ਔਰ ਕਿਉਂ ਇਸ 'ਤੇ ਠੱਲ ਨਹੀਂ ਪਾਈ ਜਾ ਸਕੀ, ਇਸ ਮਸਲੇ ਦੇ ਉੱਤੇ ਉਹਨਾਂ ਤੋਂ ਵੀ ਆਪਾਂ ਸਵਾਲ ਲੈਣੇ ਆ। ਸਭ ਤੋਂ ਪਹਿਲਾਂ RS ਘੁੰਮਣ ਜੀ ਕੋਲੇ ਚੱਲਦੇ ਹਾਂ। RS ਘੁੰਮਣ ਜੀ, ਮਹਿੰਗਾਈ ਦਾ ਇੱਕ ਹੋਰ ਜਿਹੜਾ ਬੰਬ ਡਿੱਗਿਆ, ਮਹਿੰਗਾਈ ਦੀ ਇੱਕ ਹੋਰ ਮਾਰ ਲੋਕਾਂ 'ਤੇ ਪਈ ਹੈ। ਸਿਲੰਡਰ ਦੇ ਰੇਟ ਵਧਾ ਦਿੱਤੇ ਗਏ ਨੇ, ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਵਾਧਾ ਹੋਇਆ। ਕਿਸ ਤਰ੍ਹਾਂ ਵੇਖਦੇ ਹੋ ਇਸ ਨੂੰ, ਲੋਕਾਂ ਦੇ ਉੱਤੇ ਕਿੰਨਾ ਕੁ ਅਸਰ ਪਏਗਾ? ਆਪਾਂ ਪਹਿਲਾਂ ਰਿਪੋਰਟ ਦਿਖਾਈ ਤੇ ਲੋਕ ਕਹਿੰਦੇ ਆ ਕਿ 50-50 ਕਰਕੇ ਕੀਮਤਾਂ ਕਿੱਥੇ ਜਾ ਪਹੁੰਚੀਆਂ। ਅੱਜ 1100 ਤੋਂ ਵੱਧ ਇੱਕ ਸਿਲੰਡਰ ਜਿਹੜਾ ਘਰੇਲੂ ਉਹ ਮਿਲ ਰਿਹਾ। ਦੇਖੋ ਜਤਿੰਦਰ ਜੀ, ਇੱਦਾਂ ਹੈ ਕਿ ਮਹਿੰਗਾਈ ਜਿਹੜੀ ਹੈ ਉਹ ਲਗਾਤਾਰ ਵੱਧ ਰਹੀ ਹੈ ਤੇ ਇਹ ਇੱਕ ਗੱਲ, ਇਸ ਗੱਲ ਦਾ ਇੱਕ ਸਬੂਤ ਹੈ ਕਿ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਹੈ, ਜਿਹੜਾ ਕਿ ਮੋਨਿਟਰੀ ਅਥਾਰਟੀ ਹੈ ਇੰਡੀਆ ਦੀ, ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਆਪਣਾ ਬੇਸ ਪੁਆਇੰਟ ਜਿਹੜਾ ਇੰਟਰਸਟ ਹੈ ਉਹ ਘੱਟ ਨਹੀਂ ਕਰ ਰਿਹਾ, ਵੱਧ। ਤੇ ਮੋਨਿਟਰੀ ਪਾਲਿਸੀ ਜਿਹੜੀ ਹੈ ਉਹਨੂੰ ਉਹ ਯੂਜ਼ ਕਰਕੇ ਮਹਿੰਗਾਈ ਘਟਾਉਣਾ ਚਾਹੁੰਦੇ ਨੇ। ਸੋ ਇਹ ਇਕਨੋਮਿਕਸ ਦੇ ਜਿਹੜੇ ਅੰਕੜੇ ਨੇ ਜਾਂ ਗਵਰਨਮੈਂਟ ਦੇ ਅੰਕੜੇ ਮਹਿੰਗਾਈ ਦੇ ਜਾਂ RBI ਦਾ ਯਤਨ ਹੈ, ਉਹ ਇਸ ਗੱਲ ਦਾ ਸਬੂਤ ਹੈ।
ਹੁਣ ਜਿਹੜਾ ਤੁਸੀਂ ਸ਼ੁਰੂ 'ਚ ਵੀ ਗੱਲ ਕੀਤੀ ਹੈ, ਮੇਰੇ ਤੋਂ ਇੱਕ ਸਵਾਲ ਵੀ ਪੁੱਛਿਆ ਹੈ ਕਿ ਇਹ ਜਿਹੜਾ ਗੈਸ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਨੇ ਤੇ ਤੇਲ ਦੀਆਂ ਕੀਮਤਾਂ ਵੀ ਵੱਧ ਗਈਆਂ ਨੇ, ਮਹਿੰਗਾਈ ਵੀ ਵੱਧ ਗਈ ਹੈ। ਮੈਨੂੰ ਲੱਗਦਾ ਕਿ ਮੈਂ 2014-13 ਜਦੋਂ 13-14 ਦੀ ਇਲੈਕਸ਼ਨ ਹੋਣੀ ਸੀ ਤਾਂ ਲੋਕਾਂ ਨੂੰ ਉਸ ਮਸਲੇ ਤੱਕ ਲੈ ਜਾਣਾ ਚਾਹਾਂਗਾ 2-3 ਮਿੰਟਾਂ 'ਚ। ਜੀ ਉਹ ਬੜਾ ਸਪਸ਼ਟ ਸੀ ਕਿ ਅੱਜ ਤਾਂ ਮੈਨੂੰ ਇਹ ਲੱਗਦਾ ਕਿ ਜਿਵੇਂ ਮਹਿੰਗਾਈ ਮੁੱਦਾ ਹੀ ਨਹੀਂ ਹੈਗਾ ਕੋਈ। ਅੱਜ ਮੈਨੂੰ ਬੇਰੁਜ਼ਗਾਰੀ ਦਾ ਕੋਈ ਮੁੱਦਾ ਨਹੀਂ ਲੱਗਦਾ, ਅੱਜ ਕੋਈ ਜਿਹੜੇ ਹੋਰ ਮੁੱਦੇ ਨਹੀਂ ਲੱਗਦੇ। ਤੇ ਇਹ ਨਾ ਹੀ ਆਪੋਜੀਸ਼ਨ ਬੜਾ ਮੋਟਾ ਚੱਕ ਰਹੀ ਹੈ, ਤੇ ਜਿਹੜੀ ਪਾਰਟੀ 2013 ਦੇ ਵਿੱਚ ਤੇ 14 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ 3-4 ਮੁੱਦੇ ਉਸ ਵੇਲੇ ਉਠਾ ਕੇ ਪਾਵਰ 'ਚ ਆਈ ਸੀ, ਉਹ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਜੀ। ਉਹ ਇਹ ਹੈ ਕਿ ਇੱਕ ਤਾਂ ਇਹ ਸੀ ਕਿ ਉਸ ਵੇਲੇ ਜਿਹੜੇ ਮੋਦੀ ਸਾਹਿਬ ਵੀ ਤੇ ਬੀਜੇਪੀ ਦੇ ਹੋਰ ਨੇਤਾ ਵੀ ਇਹ ਕਹਿ ਰਹੇ ਸੀ ਕਿ ਦੇਸ਼ ਨੂੰ ਮਹਿੰਗਾਈ ਦੀ ਬਹੁਤ ਮਾਰ ਪਈ ਹੈ ਤੇ ਡਾਕਟਰ ਮਨਮੋਹਨ ਸਿੰਘ ਕਿੱਥੇ ਨੇ, ਕਿਉਂ ਨਹੀਂ ਜਵਾਬ ਦਿੰਦੇ। ਫਿਰ ਉਹ ਕਹਿੰਦੇ ਸੀ ਕਿ ਦੇਸ਼ ਦੇ ਵਿੱਚ ਕਰਪਸ਼ਨ ਬਹੁਤ ਹੈ, ਦੇਸ਼ ਦੇ ਵਿੱਚ ਕਾਲਾ ਧਨ ਬਹੁਤ ਹੈ, ਤੇ ਜਿਹੜਾ ਐਕਸਚੇਂਜ ਰੇਟ ਹੈ ਰੁਪਈਏ ਦਾ ਤੇ ਡਾਲਰ ਦਾ, ਉਹ ਰੁਪਈਆ ਬਹੁਤ ਗਿਰ ਗਿਆ। ਤੇ ਉਹ ਇੱਥੋਂ ਤੱਕ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ ਖੁਦ ਜਿਹੜੇ ਅਰਥਸ਼ਾਸਤਰੀ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ, ਤੇ ਨਾਲ ਲੋਕਾਂ ਨੂੰ ਕਹਿ ਰਹੇ ਸੀ ਕਿ ਅਸੀਂ ਤੁਹਾਨੂੰ ਅੱਛੇ ਦਿਨ ਦਿਆਂਗੇ ਜੇ ਅਸੀਂ ਪਾਵਰ 'ਚ ਆਵਾਂਗੇ ਜੀ। ਉਹ ਜਿਹੜੇ ਆ ਅੱਛੇ ਦਿਨ, ਉਸ ਤੋਂ ਬਾਅਦ ਨਾ ਤਾਂ ਉਹਨਾਂ ਨੇ ਕਦੇ ਮਹਿੰਗਾਈ ਦੀ ਗੱਲ ਕੀਤੀ ਹੈ, ਨਾ ਉਹਨਾਂ ਨੇ ਕਦੇ ਕਰਪਸ਼ਨ ਦੀ ਗੱਲ ਕੀਤੀ ਹੈ, ਨਾ ਕਾਲੇ ਧਨ ਦੀ ਗੱਲ ਕੀਤੀ ਹੈ, ਤੇ ਨਾ ਹੀ ਐਕਸਚੇਂਜ ਰੇਟ ਦੀ ਗੱਲ ਕੀਤੀ ਹੈ। ਐਕਸਚੇਂਜ ਰੇਟ ਜਿਹੜਾ ਹੈ ਡਾਲਰ ਦਾ, ਉਹ 55 ਰੁਪਏ ਤੋਂ ਹੁਣ 83 ਰੁਪਏ ਹੋ ਗਿਆ, ਉਹ ਜੇ ਆਪਾਂ 2013 ਦਾ ਲਾਈਏ ਜੀ। ਇਸੇ ਤਰ੍ਹਾਂ ਜਿਹੜਾ ਪੈਟਰੋਲ ਦੀ ਕੀਮਤ ਹੈ ਉਹ ਅਪ੍ਰੈਲ 14 ਦੇ ਵਿੱਚ 72 ਰੁਪਏ ਸੀ ਤੇ ਹੁਣ 97 ਰੁਪਏ ਹੋ ਗਈ ਹੈ। ਡੀਜ਼ਲ ਦੀ ਕੀਮਤ ਅਪ੍ਰੈਲ 14 ਚ 55 ਰੁਪਏ ਸੀ ਤੇ ਹੁਣ 99 ਰੁਪਏ ਹੋ ਗਈ ਹੈ। ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਸ ਕਿਸਮ ਦੀ ਜਿਹੜੇ ਅੱਛੇ ਦਿਨ ਨੇ ਤੇ ਕਿਉਂ ਇਹ ਲਗਾਤਾਰ ਜਿਹੜੀ ਹੈ ਗੈਸ ਦੇ, ਚਲੋ ਹੁਣ ਤਾਂ ਮੰਨ ਲਓ ਕਿ ਕਈ ਇਹ ਵੀ ਬਹਾਨਾ ਲਾ ਸਕਦੇ ਯੂਕਰੇਨ ਦੀ ਲੜਾਈ ਲੱਗੀ ਆ ਜੀ, ਗੈਸ ਉੱਥੋਂ ਸਪਲਾਈ ਨਹੀਂ ਹੋ ਰਹੀ ਜਾਂ ਤੇਲ ਸਪਲਾਈ ਨਹੀਂ ਹੋ ਰਿਹਾ, ਇਹ ਵੀ ਬਹਾਨਾ ਲਾ ਸਕਦੇ ਨੇ। ਪਰ ਪਿਛਲੇ ਸਮੇਂ 'ਚ ਜਦੋਂ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਤੇਲ ਦੇ ਭਾਅ, ਗੈਸ ਦੇ ਭਾਅ ਡਿੱਗੇ ਸੀ, ਉਦੋਂ ਵੀ ਲੋਕਾਂ ਨੂੰ ਇਹ ਰਾਹਤ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਤੇ ਗੈਸ ਜਿਹੜੀ ਹੈ ਉਹ ਕਾਫੀ ਵੱਧ ਗਈ ਹੈ। ਔਰ ਹੁਣ ਤੁਸੀਂ ਜਿਵੇਂ ਇੱਕ ਤਾਂ ਇਹਨਾਂ ਨੇ ਸਬਸਿਡੀ ਜਿਹੜੀ ਹੈ ਉਹ ਕਾਫੀ ਘਟਾ ਦਿੱਤੀ ਹੈ ਗੈਸ ਤੇ, ਦੂਜਾ ਜਿਹੜਾ ਗੈਸ ਦੀਆਂ ਕੀਮਤਾਂ ਨੇ ਇਹ ਹੁਣ 50 ਰੁਪਏ ਇੱਕਦਮ ਵਧਾਈ ਹੈ, ਔਰ ਪਿੱਛੇ ਜੇ ਇਹਨਾਂ ਨੇ ਦਸੰਬਰ ਦੇ ਵਿੱਚ 63 ਰੁਪਏ ਵੀ ਵਧਾਈ ਸੀ। ਸੋ ਲਗਾਤਾਰ ਵੱਧ ਰਹੀਆਂ ਨੇ, ਲੋਕਾਂ ਦੇ ਮਹਿੰਗਾਈ ਦਾ ਭਾਰ ਜਿਹੜਾ ਵੱਧ ਰਿਹਾ ਹੈ। ਤੇ ਇਹ ਜਿਹੜੀ ਗੈਸ ਹੈ ਇਹ ਤਾਂ ਇੱਕ ਫਿਊਲ ਦੇ ਤੌਰ ਤੇ ਯੂਜ਼ ਹੋਣੀ, ਪਰ ਗੈਸ ਦੇ ਨਾਲ ਤੇਲ ਤੇ ਡੀਜ਼ਲ ਦੀਆਂ ਜਦੋਂ ਕੀਮਤਾਂ ਵੱਧਦੀਆਂ ਨੇ ਤਾਂ ਲੋਕਾਂ ਢੋਆ-ਢੁਆਈ ਦੀਆਂ ਕੀਮਤਾਂ ਵੱਧਦੀਆਂ ਨੇ, ਖੇਤੀ ਦੇ ਵਿੱਚ ਜਿਹੜਾ ਲਾਗਤ ਵੱਧਦੀ ਹੈ ਤੇ ਲੋਕਾਂ ਨੂੰ ਸਾਰੀਆਂ ਵਸਤਾਂ ਜਿਹੜੀਆਂ ਉਹ ਮਹਿੰਗੀਆਂ ਮਿਲਦੀਆਂ ਨੇ। ਸੋ ਮੈਨੂੰ ਲੱਗਦਾ ਕਿ ਸਾਰੇ ਕੁਝ ਦੇ ਵਿੱਚ ਨਾ ਕੇਵਲ ਲੋਕਾਂ ਨੂੰ ਲਾਮਬੱਧ ਹੋਣਾ ਚਾਹੀਦਾ, ਲੋਕ ਤਾਂ ਵਿਚਾਰੇ ਤੁਸੀਂ ਦਿਖਾਇਆ ਕਿ ਉਹ ਕਾਫੀ ਮਹਿੰਗਾਈ ਦੀ ਮਾਰ ਝੱਲ ਰਹੇ ਨੇ, ਬੋਲ ਵੀ ਰਹੇ ਨੇ, ਪਰ ਲੋਕਾਂ ਨੂੰ ਆਰਗੇਨਾਈਜ਼ਡ ਢੰਗ ਨਾਲ ਸਰਕਾਰ ਤੋਂ ਸਵਾਲ ਪੁੱਛਣ ਦੀ ਲੋੜ ਹੈ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹ ਤੁਸੀਂ 2014 ਤੋਂ ਬਾਅਦ ਭੁੱਲ ਕਿਉਂ ਗਏ ਹੋ, ਅੱਛੇ ਦਿਨ ਕਿੱਥੇ ਆ ਇਹ ਸਾਨੂੰ ਦੱਸੋ। ਤੇ ਕਈ ਵਾਰੀ ਲੱਗਦਾ ਹੈ ਕਿ ਇਹ ਮੁੱਦੇ ਹੀ ਨਹੀਂ ਰਹਿ ਗਏ, ਹੁਣ ਹੋਰ ਹੀ ਮੁੱਦੇ ਜਿਹੜੇ ਆ ਸਿਆਸਤ ਤੇ ਭਾਰੂ ਹੋ ਗਏ ਆ ਤੇ ਲੋਕ ਵੀ ਉਸ ਵਹਾਅ 'ਚ ਵਹਿ ਚੁੱਕੇ ਨੇ ਜੀ। ਠੀਕ ਹੈ ਕੁਮਨ ਸਾਹਿਬ ਜੁੜੇ ਨੇ ਸਾਡੇ ਨਾਲ ਕਾਲਰ ਵੀ ਜੁੜੇ ਨੇ, ਪਰ ਉਸ ਤੋਂ ਪਹਿਲਾਂ ਵਿਕਰਮ ਤੋਂ ਇੱਕ ਸਵਾਲ ਜਿਹੜਾ ਉਹ ਜ਼ਰੂਰ ਲੈ ਲਈਏ। ਵਿਕਰਮ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਇਹ ਜਿਹੜੀਆਂ ਚੀਜ਼ਾਂ ਦੇ ਰੇਟ ਵਧੇ ਹੈ ਜਾਂ ਮਹਿੰਗਾਈ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਉਹ ਲੋਕਾਂ ਨੂੰ ਕਿਸ ਹਿਸਾਬ ਨਾਲ ਪ੍ਰਭਾਵਿਤ ਕਰਦੀ ਹੈ? ਅੰਕੜੇ ਕੀ ਕਹਿੰਦੇ ਆ ਰਿਸਰਚ ਦੇ ਹਿਸਾਬ ਨਾਲ? ਤੁਸੀਂ ਦੱਸਿਓ ਕਿ ਲੋਕਾਂ ਦੇ ਉੱਤੇ ਕਿੰਨਾ ਪ੍ਰਭਾਵ ਪੈਂਦਾ। ਬਾਕੀ ਆਪਾਂ ਸੁਣ ਲਿਆ ਕਿ ਲੋਕ ਕਹਿੰਦੇ 50-50 ਕਰਕੇ ਰੇਟ ਕਿੱਥੇ ਪਹੁੰਚ ਗਏ ਆ ਤੇ ਘਰ ਚਲਾਉਣਾ ਔਖਾ ਹੋ ਜਾਂਦਾ। ਜੇ ਇਸੇ ਤਰ੍ਹਾਂ ਮਹਿੰਗਾਈ ਵੱਧਦੀ ਰਹੀ ਤੇ ਸਾਨੂੰ ਬੜਾ ਵੱਡਾ ਨੁਕਸਾਨ ਹੋਏਗਾ, ਹੋ ਵੀ ਰਿਹਾ। ਪਰ ਜੇ ਆਪਾਂ ਡੇਟਾ ਦੇ ਹਿਸਾਬ ਨਾਲ ਵੇਖੀਏ ਤਾਂ ਫਿਰ ਅੰਕੜੇ ਕੀ ਆਖਦੇ ਆ ਕਿ ਮਹਿੰਗਾਈ ਕਿੱਥੇ ਹੈ ਔਰ ਕਿੱਥੋਂ ਤੱਕ ਜਾ ਪਹੁੰਚੇਗੀ ਜੇ ਇਹਦੇ 'ਤੇ ਠੱਲ ਨਾ ਪਾਏਗੀ? ਜੀ ਥੈਂਕਸ ਫॉर ਹੈਵਿੰਗ ਮੀ ਜਤਿੰਦਰ। ਪਹਿਲਾਂ ਤੇ ਮੈਂ ਕਹਿਣਾ ਚਾਹੂੰਗਾ ਕਿ ਜਿਹੜੀ ਮਹਿੰਗਾਈ ਆ ਉਹ ਆਪਾਂ ਦੇਖਦੇ ਹਾਂ ਕਿ ਪਹਿਲਾਂ ਵੱਧਦੀ ਕਿਉਂ ਆ। ਇਹ ਸਿੰਪਲ ਆ ਕਿ ਡਿਮਾਂਡ ਤੇ ਸਪਲਾਈ ਦੀ ਗੱਲ ਹੁੰਦੀ ਆ। ਲੈਟ ਸਪੋਜ਼ ਡਿਮਾਂਡ ਲੋਕਾਂ ਦੀ ਵੱਧ ਜਾਂਦੀ ਆ ਤੇ ਸਪਲਾਈ ਘਟ ਜਾਂਦੀ ਆ, ਇਸ ਕੇਸ 'ਚ ਇੱਦਾਂ ਵੀ ਮਹਿੰਗਾਈ ਵੱਧਦੀ ਆ।
ਦੂਸਰੀ ਸਾਈਡ ਕਿ ਜਦੋਂ ਇਕਨੋਮੀ ਦੇ ਵਿੱਚ ਪੈਸੇ ਦਾ ਇਨਫਲੋ ਜ਼ਿਆਦਾ ਹੋਵੇ ਤੇ ਉਦੋਂ ਵੀ ਮਹਿੰਗਾਈ ਵੱਧਦੀ ਆ। ਸੋ ਜੋ ਅਗਰ ਪੈਸਾ ਜਦੋਂ ਇਕਨੋਮੀ ਦੇ ਵਿੱਚ ਜ਼ਿਆਦਾ ਹੁੰਦਾ ਵਾ ਤੇ ਆਰਬੀਆਈ ਕੀ ਕਰਦਾ ਆਪਣੀ ਮੋਨਿਟਰੀ ਪਾਲਿਸੀ ਕਮੇਟੀ ਦੇ ਅਕੋਰਡਿੰਗ, ਉਹ ਜਿਹੜਾ ਪੈਸਾ ਵਾ ਉਹ ਇਕਨੋਮੀ ਚੋਂ ਸੱਕ ਕਰਦਾ ਵਾ, ਉਹ ਚੋਂ ਕੱਢਦਾ ਵਾ। ਜਿਸ ਦਾ ਆਪਾਂ ਦੇਖ ਸਕਦੇ ਹਾਂ ਕਿ ਪਿਛਲੇ ਮਹੀਨੇ ਹੀ ਆਰਬੀਆਈ ਨੇ ਰੈਪੋ ਰੇਟ ਵਧਾਏ ਸੀ, 25 ਬੇਸਿਸ ਪੁਆਇੰਟ ਨਾਲ ਵਧਾਏ ਸੀ। ਅਗਰ ਆਪਾਂ ਪਿਛਲੇ ਮਈ ਤੋਂ ਲੈ ਕੇ ਹੁਣ ਤੱਕ ਦੇਖੀਏ ਤੇ ਆਰਬੀਆਈ ਨੇ ਟੋਟਲ 250 ਬੇਸਿਸ ਪੁਆਇੰਟਸ ਦੇ ਵਧਾਏ ਨੇ, ਰੈਪੋ ਰੇਟ ਵਧਾਏ ਨੇ, ਜਿਸ ਦੇ ਨਾਲ ਕਿ ਜਿਹੜੇ ਆ ਲੋਨਸ ਆ ਉਹ ਮਹਿੰਗੇ ਹੋਏ ਨੇ ਤੇ ਇਸ ਦੇ ਨਾਲ ਇਨਡਾਇਰੈਕਟਲੀ ਔਰ ਡਾਇਰੈਕਟਲੀ ਜਿਹੜੀ ਆਰਬੀਆਈ ਆ ਜਿਹੜੀ ਇਕਨੋਮੀ ਇੰਡੀਅਨ ਇਕਨੋਮੀ ਚੋਂ ਪੈਸਾ ਕੱਢਣਾ ਚਾਹੁੰਦੀ ਆ। ਹੁਣ ਜਦੋਂ ਪੈਸਾ ਕੱਢਿਆ ਜਾਏਗਾ ਤੇ ਲੋਕਾਂ ਦੇ ਹੱਥ 'ਚ ਪੈਸਾ ਘੱਟ ਹੋਏਗਾ ਤੇ ਡਿਮਾਂਡ ਘੱਟ ਕ੍ਰੀਏਟ ਹੋਏਗੀ, ਜਿਹਦੇ ਨਾਲ ਇਨਫਲੇਸ਼ਨ ਤੇ ਕੰਟਰੋਲ ਪਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਅਗਰ ਆਪਾਂ ਆਰਬੀਆਈ ਦਾ ਪਿਛਲੇ ਮਹੀਨਿਆਂ ਦਾ ਵੀ ਡੇਟਾ ਦੇਖੀਏ ਤੇ ਐਂਡ ਅਗਰ ਆਪਾਂ ਆਰਬੀਆਈ ਦਾ ਜਿਹੜਾ ਰੀਸੈਂਟ ਡਾਕੂਮੈਂਟ ਉਹਨਾਂ ਨੇ ਪਬਲਿਸ਼ ਕੀਤਾ ਵਾ ਉਹਨੂੰ ਵੀ ਪੜ੍ਹੀਏ ਤੇ ਸਾਨੂੰ ਪਤਾ ਲੱਗਦਾ ਕਿ ਆਰਬੀਆਈ ਜਿਹੜੀ ਪਾਲਿਸੀ ਅਡਾਪਟ ਕਰਨਾ ਚਾਹੁੰਦੀ ਆ ਉਹ ਹੌਕਿਸ਼ ਉਹਦਾ ਸਟਾਂਸ ਆ। ਹੁਣ ਹੌਕਿਸ਼ ਦਾ ਸਟਾਂਸ ਕੀ ਹੁੰਦਾ ਵਾ ਕਿ ਸਰਕਾਰ ਦਾ ਤੇ ਆਰਬੀਆਈ ਦਾ ਇੱਕੋ ਇੱਕ ਟਾਰਗੇਟ ਆ, ਉਹ ਹੈ ਇਨਫਲੇਸ਼ਨ, ਮਹਿੰਗਾਈ। ਮਤਲਬ ਸਰਕਾਰ ਤੇ ਆਰਬੀਆਈ ਇਸ ਵਕਤ ਸਿਰਫ ਇਨਫਲੇਸ਼ਨ ਨੂੰ ਟਾਰਗੇਟ ਕਰਨਾ ਚਾਹੁੰਦੀ ਆ। ਹੁਣ ਇਸੇ ਦੇ ਨਾਲ ਕਰਕੇ ਆਪਾਂ ਦੇਖਿਆ ਕਿ ਬੈਂਕ ਦੇ ਵਿੱਚ ਦਰਾਂ ਵੀ ਵਧੀਆਂ, ਜਿਸ ਕਰਕੇ ਇੱਕ ਇਨਡਾਇਰੈਕਟ ਵੇ ਆ ਕਿ ਪੈਸਾ ਇਕਨੋਮੀ ਚੋਂ ਕੱਢਣਾ ਵਾ। ਹੁਣ ਅਗਰ ਆਪਾਂ ਦੇਖੀਏ ਜਿਹੜਾ ਆਰਬੀਆਈ ਦਾ ਹੁੰਦਾ ਵਾ, ਜਿਹੜੇ ਸਰਕਾਰ ਆਰਬੀਆਈ ਨੂੰ ਟਾਰਗੇਟ ਦਿੰਦੀ ਆ ਕਿ ਇਨਫਲੇਸ਼ਨ ਜਿਹੜੀ ਆ ਮਹਿੰਗਾਈ ਆ ਉਹ ਘੱਟੋ ਘੱਟ 2% ਤੇ ਵੱਧ ਤੋਂ ਵੱਧ 6% ਦਾ ਟਾਰਗੇਟ ਹੁੰਦਾ ਵਾ ਕਿ ਇਸੇ ਜਿਹੜਾ ਕੋਰੀਡੋਰ ਹੁੰਦਾ ਵਾ 2 ਤੋਂ 6% ਦੇ ਵਿੱਚ ਜਿਹੜਾ ਆਰਬੀਆਈ ਨੇ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਵਾ। ਅਗਰ ਆਪਾਂ ਪੈਂਡੈਮਿਕ ਦੀ ਗੱਲ ਕਰੀਏ, ਕੋਵਿਡ ਦੇ ਟਾਈਮ ਦੀ ਗੱਲ ਕਰੀਏ ਤੇ 2020-21 ਦੇ ਵਿੱਚ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਇਨਫਲੇਸ਼ਨ ਸੀ ਉਹ 5.9% ਸੀ। ਮਤਲਬ ਆਰਬੀਆਈ ਦੇ ਜਿਹੜੇ ਕੰਟਰੋਲ ਲਿਮਿਟ ਸੀ 6% ਦੀ ਅਪਰ ਲਿਮਿਟ ਸੀ, ਉਸ ਦੇ ਅੰਦਰ ਹੀ ਸੀ। ਪਰ 2022 ਦੇ ਵਿੱਚ ਆਪਾਂ ਦੇਖਦੇ ਹਾਂ ਕਿ ਲਗਾਤਾਰ 10 ਮਹੀਨੇ ਮਤਲਬ 3 ਕੁਆਟਰਸ ਦੇ ਵਿੱਚ ਜਿਹੜਾ ਇਨਫਲੇਸ਼ਨ ਆ ਉਹ 6% ਤੋਂ ਅਬਵ ਰਹਿੰਦਾ ਵਾ। ਮਤਲਬ ਕਿ ਜਿਹੜਾ ਆਰਬੀਆਈ ਦਾ ਅਪਰ ਲਿਮਿਟ ਆ ਉਹ ਤੋਂ ਇਨਫਲੇਸ਼ਨ ਜ਼ਿਆਦਾ ਰਹੀ ਆ। ਪਰ ਆਪਾਂ ਦਸੰਬਰ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਇਨਫਲੇਸ਼ਨ ਆ ਉਹ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹ ਫਿਰ ਥੱਲੇ ਆ ਜਾਂਦਾ ਵਾ 5.7% ਤੇ। ਹੁਣ ਇੱਥੇ ਲੋਕੀ ਜਿਹੜੇ ਆਪਣੇ ਅਰਥ ਸ਼ਾਸਤਰੀ ਹੀ ਕਈ ਮਾਹਿਰ ਸੀ, ਵਿਸ਼ਾ ਮਾਹਿਰ ਸੀ, ਉਹ ਕਹਿੰਦੇ ਸੀ ਕਿ ਸ਼ਾਇਦ ਇਹ ਸਾਡੀ ਇਨਫਲੇਸ਼ਨ ਦੀ ਪੀਕ ਆ ਗਈ ਆ, ਹੁਣ ਸ਼ਾਇਦ ਮਹਿੰਗਾਈ ਨਹੀਂ ਵਧੇਗੀ। ਪਰ ਅਗਰ ਆਪਾਂ ਨਵੰਬਰ ਤੇ ਦਸੰਬਰ ਦਾ ਡਾਟਾ ਦੇਖੀਏ ਤੇ ਸਾਨੂੰ ਪਤਾ ਚੱਲਦਾ ਵਾ ਕਿ ਜਿਹੜੀ ਉਸ ਟਾਈਮ ਇਨਫਲੇਸ਼ਨ ਜਿਹੜੀ ਮਹਿੰਗਾਈ ਥੱਲੇ ਆਈ ਸੀ ਉਹ ਇਸ ਕਰਕੇ ਆਈ ਸੀ ਕਿ ਸਿਰਫ ਸਬਜ਼ੀਆਂ ਦੇ ਰੇਟ ਥੱਲੇ ਸੀ। ਹੁਣ ਜਿਹੜਾ ਆਪਾਂ ਸੀਪੀਆਈ ਬਾਸਕਟ ਦੇਖਦੇ ਹਾਂ, ਸੀਪੀਆਈ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਦਾ ਜਿਹੜਾ ਬਾਸਕਟ ਆ ਉਸ ਦੇ ਵਿੱਚ ਵੈਜੀਟੇਬਲ 46% ਜਿਹੜਾ ਅਕਾਊਂਟ ਕਰਦੇ ਆ। ਮਤਲਬ ਇੱਕ ਵੱਡਾ ਚੰਕ ਵੈਜੀਟੇਬਲਸ ਦਾ, ਜਿਹਦੇ ਕਰਕੇ ਇਨਫਲੇਸ਼ਨ ਥੱਲੇ ਆਈ। ਹੁਣ ਅਗਰ ਆਪਾਂ ਦੇਖੀਏ ਤੇ ਦਸੰਬਰ ਤੇ ਜਨਵਰੀ ਦੇ ਵਿੱਚ ਜਿਹੜਾ ਵੈਜੀਟੇਬਲ ਦਾ ਇਨਫਲੇਸ਼ਨ ਸੀ, ਮਹਿੰਗਾਈ ਸੀ, ਉਹ 4 ਤੋਂ 6% ਜੀ, ਮਤਲਬ ਇਹ ਅੰਡਰ ਕੰਟਰੋਲ ਸੀ। ਪਰ ਅਗਰ ਆਪਾਂ ਇਸੇ ਸੀਪੀਆਈ ਦੀ ਬਾਸਕਟ ਚੋਂ ਵੈਜੀਟੇਬਲਸ ਨੂੰ, ਸਬਜ਼ੀਆਂ ਨੂੰ ਕੱਢ ਦਈਏ ਤੇ ਇਹ ਇਨਫਲੇਸ਼ਨ 7% ਸੀ, ਜੋ ਸਰਕਾਰ ਦੀ ਫਿਰ ਅਪਰ ਲਿਮਿਟ ਤੋਂ ਉੱਪਰ ਸੀ। ਸੋ ਅਗਰ ਆਪਾਂ ਇਸ ਤੋਂ ਬਾਅਦ ਆਪਾਂ ਫੂਡ ਇਨਫਲੇਸ਼ਨ ਦੀ ਵੀ ਗੱਲ ਕਰੀਏ ਤੇ 2022 ਦੇ ਮਈ ਤੋਂ ਲੈ ਕੇ ਦਸੰਬਰ ਦੇ ਵਿੱਚ ਵੇਖੀਏ ਤੇ ਜਿਹੜੀ ਅਨਾਜ ਦੇ ਵਿੱਚ ਇਨਫਲੇਸ਼ਨ ਆ ਉਹ 5% ਤੋਂ 14% ਵਧੀ ਆ, ਜੋ ਕਿ ਇੱਕ ਬਹੁਤ ਵੱਡਾ ਨੰਬਰ ਆ। ਅਗਰ ਆਪਾਂ ਜਨਵਰੀ 2023 ਦੀ ਗੱਲ ਕਰੀਏ ਤੇ ਜਿਹੜਾ ਅਨਾਜ ਦੇ ਵਿੱਚ ਇਨਫਲੇਸ਼ਨ ਸੀ ਉਹ 16% ਆ, ਮਤਲਬ ਇਹ ਆਲ ਟਾਈਮ ਹਾਈ ਚੱਲ ਰਿਹਾ ਵਾ। ਅਗਰ ਆਪਾਂ ਸਿਰਫ ਕਣਕ ਦੀ ਗੱਲ ਕਰੀਏ ਤੇ ਕਣਕ ਦੇ ਵਿੱਚ ਵੀ ਜਿਹੜੀ ਇਨਫਲੇਸ਼ਨ ਸੀ ਉਹ 9% ਸੀ ਮਈ ਦੇ ਵਿੱਚ 2022 ਦੇ ਵਿੱਚ। ਐਂਡ ਅਗਰ ਆਪਾਂ ਦਸੰਬਰ ਦੀ ਗੱਲ ਕਰੀਏ ਤੇ ਉਹ 22% ਆ। ਅਗਰ ਆਪਾਂ ਜਨਵਰੀ ਦੀ ਗੱਲ ਕਰੀਏ ਜਿਹੜੇ ਪਿਛਲੇ ਮਹੀਨੇ ਗਏ ਆ ਉਸ ਦੇ ਵਿੱਚ 25% ਆ। ਇਹਦਾ ਮਤਲਬ ਸਾਡੇ ਕੋਲ ਕਣਕ ਦੀ ਵੀ ਸ਼ਾਰਟੇਜ ਆ, ਜਿਸ ਕਰਕੇ ਫੂਡ ਇਨਫਲੇਸ਼ਨ ਵੱਧ ਰਿਹਾ ਵਾ। ਹੁਣ ਇਸ ਦੇ ਵਿੱਚ ਆਪਾਂ ਸਿੰਪਲ ਦੇਖ ਸਕਦੇ ਹਾਂ ਕਿ ਕਣਕ ਦੀ ਜਿਹੜੀ ਸ਼ਾਰਟੇਜ ਹੋਈ ਆ, ਜਿਹੜਾ ਇਨਫਲੇਸ਼ਨ ਵਧੀ ਆ, ਇਸ ਦੇ ਵਿੱਚ ਆਪਾਂ ਐਫਸੀਆਈ ਦਾ ਡੇਟਾ ਦੇਖਾਂਗੇ ਕਿ ਐਫਸੀਆਈ ਦੇ ਗੋਡਾਊਨਾਂ ਦੇ ਵਿੱਚ ਕਿੰਨਾ ਅਨਾਜ ਪਿਆ ਵਾ। ਅਗਰ ਆਪਾਂ ਦੇਖੀਏ ਤੇ ਜਨਵਰੀ 2022 ਦੇ ਵਿੱਚ ਐਫਸੀਆਈ ਦਾ ਜਿਹੜਾ ਸਟਾਕ ਸੀ ਉਹ 33 ਮਿਲੀਅਨ ਟਨ ਸੀ, ਜੋ ਕਿ ਜਨਵਰੀ 2023 ਦੇ ਵਿੱਚ ਘਟ ਕੇ 15 ਮਿਲੀਅਨ ਟਨ ਰਹਿ ਗਿਆ, ਮਤਲਬ ਅੱਧੋ ਅੱਧ ਦਾ ਫਰਕ ਪੈ ਗਿਆ। ਹੁਣ ਅਗਰ ਆਪਾਂ ਸਿਰਫ ਪਿਛਲੇ ਮਹੀਨੇ ਦੀ ਗੱਲ ਕਰੀਏ, ਫਰਵਰੀ ਮਹੀਨੇ ਦੇ ਵਿੱਚ ਇਹ ਜਿਹੜਾ ਅਨਾਜ ਆ ਇਹ 15 ਮਿਲੀਅਨ ਟਨ ਰਹਿ ਗਿਆ। ਹੁਣ ਉਸ ਤੋਂ ਪਹਿਲਾਂ 17 ਮਿਲੀਅਨ ਟਨ ਸੀ, ਮਤਲਬ ਅੱਧੋ ਅੱਧ ਦਾ ਫਰਕ ਪੈ ਗਿਆ ਵਾ ਕਣਕ ਦੇ ਵਿੱਚ ਹੀ। ਸੋ ਇੱਕ ਬਹੁਤ ਵੱਡੀ ਗੱਲ ਆ ਤੇ ਸਰਕਾਰ ਕਰ ਵੀ ਰਹੀ ਆ। ਜਿੱਦਾਂ ਹੁਣ ਆਪਾਂ ਦੇਖੀਏ ਕਿ ਰੀਸੈਂਟਲੀ ਜਿਹੜੀ ਸਰਕਾਰ ਨੇ ਆ 3 ਮਿਲੀਅਨ ਟਨ ਦੀ ਓਪਨ ਮਾਰਕੀਟ ਦੇ ਵਿੱਚ ਆਕਸ਼ਨ ਕੀਤੀ ਆ, ਤਾਂ ਕਿ ਇੱਕ ਸਪਲਾਈ ਵਧਾਈ ਜਾ ਸਕੇ ਕਣਕ ਦੀ ਮਾਰਕੀਟ ਦੇ ਵਿੱਚ ਤੇ ਉਸ ਦੇ ਨਾਲ ਵੀ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ। ਠੀਕ ਹੈ ਜੀ, ਠੀਕ ਹੈ ਵਿਕਰਮ। ਸਾਡੇ ਨਾਲ ਦਰਸ਼ਕ ਵੀ ਜੁੜੇ ਹੋਏ ਆ, ਉਹਨਾਂ ਨੂੰ ਵੀ ਆਪਾਂ ਨਾਲ ਸ਼ਾਮਲ ਕਰ ਲਈਏ। ਨਾਮ ਕੀ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਅਸ਼ੋਕ ਵਿਨਾਇਕ ਬੋਲ ਰਿਹਾ ਜੀ, ਕੁਰਾਲੀ ਤੋਂ, ਜ਼ਿਲ੍ਹਾ ਮੋਹਾਲੀ ਤੋਂ ਜੀ। ਜਿਹੜਾ ਗਵਰਨਮੈਂਟ ਨੇ ਸਿਲੰਡਰ ਰੇਟ ਵਧਾਇਆ ਜੀ 50 ਰੁਪਏ, ਇਹ ਬਹੁਤ ਨਜਾਇਜ਼ ਵਧਾਇਆ। ਦੇਖੋ ਸਨ 2014 ਚ ਸਿਲੰਡਰ ਰੇਟ ਵੱਧਦੇ ਆ ਰਹੇ ਨੇ
ਤੇ ਗਵਰਨਮੈਂਟ ਨੂੰ ਮਹਿੰਗਾਈ ਬਹੁਤ ਉੱਪਰ ਲਿਜਾ ਰਹੀ ਹੈ ਤੇ ਇਹ ਬਾਰੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਵੀ ਗਰੀਬ ਆਦਮੀ ਮੀਡੀਅਮ ਕਿੱਥੇ ਜਾਊਗਾ। ਠੀਕ ਹੈ, ਮੀਡੀਅਮ ਆਦਮੀ ਕਿੱਥੇ ਜਾਊਗਾ ਜੀ। ਘਰਾਂ ਦੇ ਖਰਚੇ ਤਾਂ ਮੁਸ਼ਕਲ ਹੋ ਰਹੇ ਲੋਕਾਂ ਨੂੰ। ਠੀਕ ਹੈ ਜੀ, ਆਪਣੀ ਰਾਏ ਦੇਣ ਦੇ ਲਈ ਧੰਨਵਾਦ। ਹੋਰ ਵੀ ਕਾਲਰ ਸਾਡੇ ਨਾਲ ਹੈ। ਨਾਮ ਕੀ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ, ਮੈਂ ਗੁਰਦੀਪ ਸਿੰਘ ਅਬੋਹਰ ਤੋਂ ਗੱਲ ਕਰ ਰਿਹਾ ਜੀ। ਜੀ, ਕੀ ਕਹਿਣਾ ਚਾਹੁੰਦੇ ਹੋ? ਸਰ ਮੈਂ ਇਹ ਕਹਿਣਾ ਚਾਹੁੰਦਾ ਜੀ, ਇਹ ਜਿਹੜੇ ਸਿਲੰਡਰ ਦੇ ਰੇਟ ਵਧਾਏ ਹੈ ਜੀ ਗੌਰਮੈਂਟ ਉਹ ਵੀ ਮੰਦਭਾਗੀ ਹੈ ਜੀ। ਸਰਕਾਰ ਨੂੰ ਇਹ ਜਿਹਾ ਨਹੀਂ ਕਰਨਾ ਚਾਹੀਦਾ, ਰੇਟ ਘਟਾਉਣੀ ਚਾਹੀਦੀ ਹੈ ਜੀ। ਮਹਿੰਗਾਈ ਅੱਗੇ ਵੀ ਦੇਸ਼ ਬਹੁਤ ਵਧੀ ਹੋਈ ਹੈ ਜੀ, ਵੀ ਆਹੀ ਹੱਥ ਜੋੜ ਕੇ ਬੇਨਤੀ ਹੈ। ਅੱਛਾ, ਕਿੰਨਾ ਕੁ ਫਰਕ ਪੈਂਦਾ ਗਾ ਜਦੋਂ ਇਹ ਪਤਾ ਲੱਗਦਾ ਕਿ ਕੀਮਤਾਂ ਵੱਧ ਗਈਆਂ ਨੇ ਸਿਲੰਡਰ ਦੀਆਂ, ਜਾਂ ਹੋਰ ਰਸੋਈ ਦੇ ਵਿੱਚ ਜਾਂ ਰੋਜ਼ਮਰਾ ਦੀ ਜ਼ਿੰਦਗੀ 'ਚ ਜਿਹੜੀ ਕੰਮ ਆਉਣ ਵਾਲੀਆਂ ਚੀਜ਼ਾਂ ਉਹਦਾਂ 'ਚ ਵਾਧਾ ਹੋ ਗਿਆ? ਕੀ ਸੋਚਦੇ ਹੋ ਉਸ ਵਕਤ ਕਿ ਮੈਂ ਤਾਂ ਇੰਨੀ ਕਮਾਈ ਕਰਦਾ ਔਰ ਇਹਦੇ ਵਿੱਚ ਜੇ ਹੋਰ ਐਡ ਆਨ ਹੋ ਜਾਣਗੇ ਤਾਂ ਫਿਰ ਮੇਰੀ ਜੇਬ ਦੇ ਉੱਤੇ ਤਾਂ ਵੱਡਾ ਅਸਰ ਪਊਗਾ, ਬੱਚਿਆਂ ਦੀਆਂ ਫੀਸਾਂ ਵੀ ਭਰਨੀਆਂ ਨੇ, ਹੋਰ ਵੀ ਖਰਚੇ ਨੇ? ਬਹੁਤ ਜ਼ਿਆਦਾ ਫਰਕ ਪੈਂਦਾ ਜੀ, ਹੋਰ ਵੀ ਖਰਚੇ ਹੁੰਦੇ ਘਰਾਂ ਦੇ। ਗੌਰਮੈਂਟ ਨੂੰ ਕਰਨਾ ਚਾਹੀਦਾ, ਸਿਲੰਡਰ ਦੇ ਘਟਾਉਣਾ ਚਾਹੀਦੀ ਹੈ ਜੀ। ਤੁਹਾਨੂੰ ਸਬਸਿਡੀ ਮਿਲਦੀ ਹੈ ਹੁਣ ਸਿਲੰਡਰ ਤੇ? ਨਹੀਂ ਮਿਲਦੀ ਜੀ, ਬੰਦ ਹੋ ਗਈ। ਪਹਿਲਾਂ ਕਿੰਨਾ ਕੁ ਸਹਾਰਾ ਮਿਲ ਜਾਂਦਾ ਸੀ ਉਹਦੇ ਨਾਲ? ਨਹੀਂ ਸਬਸਿਡੀ ਨਾਂ ਦੀ ਸੀਗੀ, 22 ਰੁਪਏ ਕੁਝ ਪੈਸੇ ਉੱਤੇ ਆਉਂਦੇ ਸੀਗੇ। ਇਹ ਨਾਂ ਦੀ ਸਬਸਿਡੀ, ਕੋਈ ਸਬਸਿਡੀ ਨਹੀਂ ਮਿਲਦੀ ਗੌਰਮੈਂਟ। ਠੀਕ ਹੈ ਜੀ, ਠੀਕ ਹੈ। 2014 ਦਾ ਰੇਟ ਵੱਧਦੇ ਪਏ ਲਗਾਤਾਰ। ਠੀਕ ਹੈ, ਧੰਨਵਾਦ ਜੀ ਜੁੜਨ ਦੇ ਲਈ। ਹੋਰ ਵੀ ਕਾਲਰ ਜੁੜੇ ਆ। ਨਾਮ ਕੀ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਦਰਸ਼ਕਾਂ ਨੂੰ ਜੀ ਆਪਣੇ ਟੀਵੀ ਦੀ ਆਵਾਜ਼ ਪਹਿਲਾਂ ਬੰਦ ਕਰ ਲਿਓ ਜੀ, ਗੱਲ ਫਿਰ ਹੀ ਸਮਝ ਆਊਗੀ, ਕਿਉਂਕਿ ਕੁਝ ਸੈਕਿੰਡ ਬਾਅਦ ਆਵਾਜ਼ ਜਿਹੜੀ ਹੈ ਟੀਵੀ ਦੇ ਰਾਹੀਂ ਤੁਹਾਡੇ ਕੋਲੇ ਪਹੁੰਚਦੀ ਹੈ, ਨਹੀਂ ਤਾਂ ਫਿਰ ਰਾਬਤਾ ਫੋਨ ਦੇ ਉੱਤੇ ਸਹੀ ਢੰਗ ਨਾਲ ਹੋ ਨਹੀਂ ਪਾਏਗਾ। ਨਾਮ ਦੱਸਿਓ ਆਪਣਾ ਜੀ, ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਗੁਰਦਾਸਪੁਰ ਤੋਂ ਬੋਲ ਰਿਹਾ ਜੀ। ਜੀ ਹਾਂ, ਜੋਗਿੰਦਰ ਸਿੰਘ ਬੋਲ ਰਿਹਾ ਮੈਂ ਜੀ। ਜੀ, ਮਹਿੰਗਾਈ ਇੰਨੀ ਵੱਧ ਗਈ ਹੈ ਭਾਜੀ ਕਿ ਲੋਕਾਂ ਦੇ ਮੁਸ਼ਕਲ ਹੋ ਗਿਆ ਲੋਕਾਂ ਦਾ ਜੀਣਾ। ਤੇ ਇੱਕ ਉਹਨੇ ਦੇ ਸਿਲੰਡਰ ਦੇ ਰੇਟ ਵਧਾ ਰਹੇ ਨੇ, ਦੂਜੇ ਬੰਨੇ ਆਲੂ ਦੇ ਰੇਟ ਜਿਹੜੇ ਘੱਟ ਕਰ ਰਹੇ, ਜ਼ਿਮੀਂਦਾਰਾਂ ਨੂੰ ਉੱਕਾ ਹੀ ਮਾਰ ਰਹੇ ਆ। ਇਹ ਕਹਿੰਦੀ ਹੈ ਗੌਰਮੈਂਟ ਕਹਿ ਰਹੀ ਹੈ ਕਿ ਅਸੀਂ ਜੇ ਕਿਸਾਨਾਂ ਦੇ ਨਾਲ ਆ, ਜ਼ਿਮੀਂਦਾਰਾਂ ਦੇ ਭਰਾਵਾਂ ਦੇ ਨਾਲ ਆ, ਜਿਹਦੇ ਨਾਲ ਗਰੀਬੀ ਦੀ ਵਾਰੀ ਮਾਰ ਪੈ ਰਹੀ ਹੈ ਗਰੀਬਾਂ ਨੂੰ, ਤੇ ਮਹਿੰਗਾਈ ਘੱਟ ਹੋਣੀ ਚਾਹੀਦੀ ਹੈ। ਜੇ ਆਪਾਂ ਗੱਲ ਕਰੀਏ ਇਹਨਾਂ ਦੀ ਮੁਲਾਜ਼ਮਾਂ ਦੀ, ਉਹਨਾਂ ਦੀਆਂ ਪੈਨਸ਼ਨਾਂ ਵਿੱਚ ਵਾਧਾ ਕਿੰਨਾ ਤੁਸੀਂ ਵੇਖ ਹੀ ਰਹੇ ਹੋ, ਤੇ ਮਹਿੰਗਾਈ ਦੀ ਦਰ ਦਰ ਹੈ ਉਹ ਡਬਲ ਕਰੀ ਜਾ ਰਹੇ ਆ। ਤੇ ਇਹਨੂੰ ਥੋੜਾ ਘੱਟ ਹੋਣਾ ਚਾਹੀਦੀ ਮਹਿੰਗਾਈ ਜਿਹੜੀ ਆ, ਉਹਨੂੰ ਕੰਟਰੋਲ ਕਰਨਾ ਚਾਹੀਦਾ ਗੌਰਮੈਂਟ ਨੂੰ। ਜਿਸ ਟਾਈਮ ਵੋਟਾਂ ਲੈਣੀਆਂ ਉਸ ਟਾਈਮ ਇਹਨਾਂ ਫਟਾਫਟ ਘੱਟ ਕਰ ਦੇਣਾ। ਇਸ ਕਰਕੇ ਮਹਾਰਾਜ ਇਹ ਮਹਿੰਗਾਈ ਨੂੰ ਘੱਟ ਕਰਾਓ ਤੁਸੀਂ। ਠੀਕ ਹੈ ਜੀ, ਹਾਂਜੀ ਠੀਕ ਹੈ। ਜੁੜਨ ਦੇ ਲਈ, ਆਪਣੀ ਰਾਏ ਦੇਣ ਦੇ ਲਈ ਧੰਨਵਾਦ ਜੀ। ਘੁੰਮਣ ਜੀ, ਲੋਕ ਇਹ ਗੱਲ ਕਹਿੰਦੇ ਆ ਕਿ ਜੀ ਘੁੰਮਣ ਸਾਹਿਬ ਦਾ ਲੱਗਦਾ ਸੰਪਰਕ ਕੱਟ ਗਿਆ। ਦੁਬਾਰਾ ਜਿਹੜਾ ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਅਸੀਂ ਕਰਾਂਗੇ, ਉਸ ਤੋਂ ਬਾਅਦ ਫਿਰ ਉਹਨਾਂ ਤੋਂ ਸਵਾਲ ਲੈਂਦੇ ਹਾਂ। ਪਰ ਵਿਕਰਮ, ਉਸ ਤੋਂ ਪਹਿਲਾਂ ਜਿਵੇਂ ਹੁਣ ਲੋਕ ਵੀ ਕਹਿੰਦੇ ਕਿ ਮਹਿੰਗਾਈ ਘੱਟ ਹੋਣੀ ਚਾਹੀਦੀ ਹੈ, ਕਿਵੇਂ ਮਹਿੰਗਾਈ ਘੱਟ ਹੋ ਸਕਦੀ ਹੈ? ਸਰਕਾਰ ਕੀ ਹੁਣ ਦੀ ਸਥਿਤੀ ਦੇ ਵਿੱਚ ਮਹਿੰਗਾਈ ਘੱਟ ਕਰ ਸਕਦੀ ਹੈ? ਕਿਹੜੇ ਹਿਸਾਬ ਦੇ ਨਾਲ ਕੀਤੀ ਜਾ ਸਕਦੀ ਹੈ, ਦੱਸਿਓ ਇਹ ਤਫਸੀਲ ਦੇ ਨਾਲ। ਪਹਿਲਾਂ ਤੇ ਆਪਾਂ ਦੇਖ ਸਕਦੇ ਹਾਂ ਕਿ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਇਹ ਗੱਲ ਮਹਿੰਗਾਈ ਆ ਡਿਮਾਂਡ ਸਪਲਾਈ ਤੇ ਬਹੁਤ ਡਿਪੈਂਡ ਕਰਦੀ ਆ। ਜਾਂ ਤੇ ਸਾਡੀ ਡਿਮਾਂਡ ਘਟ ਜੇ, ਜਿੱਦਾਂ ਕਿ ਆਰਬੀਆਈ ਘਟਾ ਰਹੀ ਆ ਰੈਪੋ ਰੇਟ ਦੇ ਬਦਲ ਕੇ ਬੇਸਿਸ ਪੁਆਇੰਟ, ਜਿੱਦਾਂ 25 ਬੇਸਿਸ ਪੁਆਇੰਟ ਹੁਣ ਬਦਲਿਆ ਵਾ, ਤੇ ਇਹਦੇ ਨਾਲ ਜਿਹੜਾ ਇਕਨੋਮੀ ਦੇ ਵਿੱਚੋਂ ਪੈਸਾ ਸਕ ਕਰਨਾ ਤੇ ਡਿਮਾਂਡ ਘਟਾਈ ਜਾ ਸਕਦੀ ਆ, ਜਾਂ ਤੇ ਸਾਡੀ ਸਪਲਾਈ ਵੱਧ ਸਕੇ। ਇਸ ਤੋਂ ਇਲਾਵਾ ਵੀ ਹੋਰ ਜਿਹੜੇ ਤਰੀਕੇ ਹੈਗੇ ਨੇ, ਜਿੱਦਾਂ ਕਿ ਆਪਾਂ ਸਰਕਾਰ ਜਿਹੜੀ ਟੈਕਸਿਸ ਲਗਾਉਂਦੀ ਆ ਫਿਊਲ ਦੇ ਵਿੱਚ, ਪੈਟਰੋਲ ਤੇ ਡੀਜ਼ਲ ਤੇ, ਉਹਨੂੰ ਘਟਾ ਕੇ, ਕਿਉਂਕਿ ਜਿੱਦਾਂ ਆਪਾਂ ਕਹਿੰਦੇ ਕਿ ਪੈਟਰੋਲ ਤੇ ਡੀਜ਼ਲ ਡਾਇਰੈਕਟਲੀ ਲਿੰਕ ਕਰਦਾ ਵਾ ਫੂਡ ਇਨਫਲੇਸ਼ਨ ਤੇ ਹੋਰ ਵੀ ਟਾਈਪ ਦੀਆਂ ਇਨਫਲੇਸ਼ਨ ਤੇ, ਕਿਉਂਕਿ ਇੱਕ ਲੌਜਿਸਟਿਕ ਬਹੁਤ ਵੱਡੀ ਕਾਸਟ ਹੁੰਦੀ ਆ, ਇੱਕ ਜੋ ਆਪਣੇ ਕੰਜ਼ਿਊਮਰ ਨੂੰ ਬੇਅਰ ਕਰਨੀ ਪੈਂਦੀ ਆ। ਸੋ ਇਹ ਚੀਜ਼ਾਂ ਦੇ ਨਾਲ ਵੀ ਘਟਾਇਆ ਜਾ ਸਕਦਾ ਵਾ ਜੀ। ਠੀਕ ਹੈ। ਆਰਐਸ ਘੁੰਮਣ ਵੀ ਸਾਡੇ ਨਾਲ ਜੁੜ ਗਏ ਆ। ਘੁੰਮਣ ਸਾਹਿਬ, ਇੱਕ ਪਾਸੇ ਕਿਸਾਨਾਂ ਦਾ ਜ਼ਿਕਰ ਹੁੰਦਾ ਕਿ ਕਿਸਾਨ ਜਦੋਂ ਆਪਣੀ ਫਸਲ ਨੂੰ ਖੇਤਾਂ ਦੇ ਵਿੱਚ ਉਗਾਉਂਦਾ, ਉਸ ਸਮੇਂ ਜਦੋਂ ਫਸਲ ਹਾਲੇ ਮਿਹਨਤ ਕਰ ਰਿਹਾ ਹੁੰਦਾ, ਉਹਦੇ 'ਤੇ ਫਸਲ ਉੱਗ ਰਹੀ ਹੁੰਦੀ ਹੈ ਜਾਂ ਉਸ ਤੋਂ ਬਾਅਦ ਉਹਨੂੰ ਫਲ ਲੱਗ ਰਿਹਾ ਹੁੰਦਾ, ਤਾਂ ਉਦੋਂ ਤਾਂ ਰੇਟ ਮਾਰਕੀਟ ਦੇ ਵਿੱਚ ਉਸ ਫਸਲ ਦੇ ਕਾਫੀ ਜ਼ਿਆਦਾ ਹੁੰਦੇ। ਜਦੋਂ ਮੰਡੀ ਦੇ ਵਿੱਚ ਕਿਸਾਨ ਲੈ ਕੇ ਪਹੁੰਚਦਾ, ਉਸ ਸਮੇਂ ਉਹਦੀਆਂ ਕੀਮਤਾਂ ਇੰਨੀਆਂ ਕੁ ਹੇਠਾਂ ਡਿੱਗ ਜਾਂਦੀਆਂ ਕਿ ਜਿਹੜੀ ਉਹਦੀ ਲਾਗਤ ਆਈ ਹੋਵੇ ਉਹਦੇ ਖਰਚੇ ਵੀ ਪੂਰੇ ਨਹੀਂ ਹੋ ਪਾਉਂਦੇ। ਆਲੂਆਂ ਦਾ ਉਦਾਹਰਨ ਆਪਾਂ ਦਿੰਦੇ ਹਾਂ, ਹੁਣ ਆਲੂ ਦੀ ਸਥਿਤੀ ਇਸੇ ਤਰ੍ਹਾਂ ਦੀ ਹੈ ਮਾਰਕੀਟ ਦੇ ਵਿੱਚ ਕਿ ਜਦੋਂ ਕਿਸਾਨ ਉੱਥੇ ਲੈ ਕੇ ਜਾਂਦਾ ਤੇ ਰੇਟ ਉਹਨੂੰ ਮਿਲ ਰਿਹਾ 3 ਰੁਪਏ, 4 ਰੁਪਏ, 5 ਰੁਪਏ, ਇਸ ਤੋਂ ਵੱਧ ਰੇਟ ਨਹੀਂ ਹੈ,
ਤੇ ਇਹੀ ਜਦੋਂ ਸਾਰਾ ਆਲੂ ਵਿਕ ਜੂਗਾ ਉਸ ਤੋਂ ਬਾਅਦ ਜਦੋਂ ਮੰਡੀਆਂ ਦੇ ਵਿੱਚ ਆਉਣਾ ਜਾਂ ਦੁਕਾਨਾਂ ਤੋਂ ਖਰੀਦਣਾ ਪੈਣਾ ਤੇ ਉਹੀ ਰੇਟ ਜਿਹੜੇ ਅਸਮਾਨੀ ਚੜ੍ਹ ਜਾਣਗੇ। ਇਹ ਸਾਰਾ ਕੁਝ ਕਿਵੇਂ ਹੁੰਦਾ ਹੈ? ਕੀ ਇਹ ਚੀਜ਼ ਰੋਕੀ ਨਹੀਂ ਜਾ ਸਕਦੀ ਜਾਂ ਕਿਸਾਨਾਂ ਨੂੰ ਇਸ ਦਾ ਲਾਹਾ ਨਹੀਂ ਮਿਲ ਸਕਦਾ? ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹਾਂਗਾ ਕਿ ਇਹ ਹੁੰਦਾ ਕਿਉਂ। ਜਿਹੜਾ ਉਤਪਾਦਕ ਹੈ ਕਿਸੇ ਵੀ ਚੀਜ਼ ਦਾ, ਖਾਸ ਕਰਕੇ ਐਗਰੀਕਲਚਰਲ ਕਮੋਡਿਟੀਜ਼ ਜਿਹੜੀਆਂ ਨੇ ਜਾਂ ਜਿਹੜੀਆਂ ਤੁਹਾਡਾ ਸਬਜ਼ੀਆਂ ਤੇ ਫਲ ਨੇ ਜਾਂ ਅਨਾਜ ਹੈ, ਉਹਨਾਂ ਦੀਆਂ ਕੀਮਤਾਂ ਪ੍ਰਕਿਉਰ ਜਦੋਂ ਫਸਲ ਪੱਕ ਕੇ ਤਿਆਰ ਹੋ ਕੇ ਮੰਡੀ 'ਚ ਆਉਂਦੀ ਹੈ ਤਾਂ ਉਹਨਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਬਹੁਤ ਘੱਟ ਹੁੰਦੀਆਂ ਨੇ। ਤੁਸੀਂ MSP ਤੇ ਜਿਹੜੀਆਂ ਫਸਲਾਂ ਖਰੀਦੀਆਂ ਜਾਂਦੀਆਂ ਉਹਨਾਂ ਨੂੰ ਛੱਡ ਦਿਓ, ਉਹ ਵੀ ਕਣਕ ਤੇ ਝੋਨਾ ਹੀ ਆ। ਸਬਜ਼ੀਆਂ ਲਈ ਤੇ ਫਲਾਂ ਲਈ ਤਾਂ ਕੋਈ MSP ਹੈ ਹੀ ਨਹੀਂ। ਤੇ ਬਾਕੀ ਜਿਹੜੀਆਂ 23 ਫਸਲਾਂ ਨੇ ਜਿਨ੍ਹਾਂ ਨੂੰ ਕਾਸਟ ਐਂਡ ਐਗਰੀਕਲਚਰਲ ਪ੍ਰਾਈਸਿਸ ਕਮਿਸ਼ਨ ਜਿਹੜਾ ਡਿਟਰਮਨ ਕਰਦਾ ਹੈ, ਰਿਕਮੈਂਡ ਕਰਦਾ ਤੇ ਸਰਕਾਰ ਮੰਨਦੀ ਹੈ, ਉਹ ਵੀ ਲਾਗੂ ਨਹੀਂ ਹੁੰਦੀਆਂ ਜੀ। ਇੱਕ ਤਾਂ ਇਹ ਗੱਲ ਸਮਝਣ ਦੀ ਲੋੜ ਹੈ। ਦੂਜੀ ਜਿਹੜਾ ਹੈ ਕਿ ਜਦੋਂ ਉਤਪਾਦਕ ਦੀ ਫਸਲ ਮੰਡੀ 'ਚ ਆਉਂਦੀ ਹੈ ਤਾਂ ਉਦੋਂ ਕੀਮਤਾਂ ਜਾਣ ਬੁੱਝ ਕੇ ਘੱਟ ਰੱਖੀਆਂ ਜਾਂਦੀਆਂ ਨੇ। ਉਦੋਂ ਮੰਗ ਤੇ ਪੂਰਤੀ ਉਹਦੇ ਵਿੱਚ ਨਹੀਂ ਆਉਂਦੀ, ਡਿਮਾਂਡ ਸਪਲਾਈ ਉਹਦੇ ਵਿੱਚ ਬਿਲਕੁਲ ਨਹੀਂ ਆਉਂਦੀ। ਇਹ ਕਈ ਵਾਰੀ ਭੁਲੇਖਾ ਲੋਕਾਂ ਨੂੰ ਹੁੰਦਾ ਕਿ ਡਿਮਾਂਡ ਸਪਲਾਈ ਆ ਜਾਂਦੀ ਹੈ। ਦੇਖੋ, ਜਿਹੜੀਆਂ ਸੀਜ਼ਨਲ ਕਮੋਡਿਟੀਜ਼ ਨੇ ਉਹਨਾਂ ਦੇ ਵਿੱਚ ਕੁਛ ਦੇ ਜਿਹੜਾ ਸੈਲਫ ਲਾਈਫ ਹੁੰਦੀ ਹੈ, ਕੁਛ ਦੀ ਸੈਲਫ ਲਾਈਫ ਨਹੀਂ ਹੁੰਦੀ। ਜਿਹੜੀਆਂ ਤੇ ਪੈਰਿਸ਼ੇਬਲ ਕਮੋਡਿਟੀਜ਼ ਨੇ ਜਿਵੇਂ ਫਲ ਨੇ, ਸਬਜ਼ੀਆਂ ਨੇ, ਉਹਨਾਂ ਨੂੰ ਜਾਂ ਈਵਨ ਦੁੱਧ ਵੀ ਹੈ ਤਾਂ ਉਹਨਾਂ ਨੂੰ ਜਿਹੜਾ ਕੋਲਡ ਚੇਨ ਬਣਾ ਕੇ ਜਿਹੜੀਆਂ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਉਹ ਵੱਧ ਕੀਮਤ ਤੇ ਵਿਕ ਸਕਦੀਆਂ ਨੇ। ਹੁਣ ਤੁਸੀਂ ਆਲੂਆਂ ਦੀ ਐਗਜ਼ਾਮਪਲ ਮੈਂ ਲੈਣਾ ਕਿ ਆਲੂ ਜੇ ਕਿਸਾਨ ਇਹ ਅਫੋਰਡ ਕਰ ਸਕਦੇ ਹੋਣ, ਪ੍ਰੋਡਿਊਸਰ, ਕਿ ਉਹਨਾਂ ਲਈ ਕੋਲਡ ਸਟੋਰੇਜ 'ਚ ਰੱਖ ਸਕਣ ਤੇ ਬਾਅਦ ਵਿੱਚ ਵੇਚ ਸਕਣ, ਉਹ ਇੱਕ ਹੱਲ ਹੈ। ਤੇ ਉਹ ਹੱਲ ਜਿਹੜਾ ਕਿਸਾਨ, ਬਹੁਤ ਸਾਰੇ ਕਿਸਾਨ ਅਫੋਰਡ ਨਹੀਂ ਕਰ ਸਕਦੇ। ਪ੍ਰਾਈਵੇਟ ਜਿਹੜੀ ਸਟੋਰੇਜ ਕੈਪੈਸਿਟੀ ਹੈ ਉਹ ਮਹਿੰਗੀ ਹੈ ਤੇ ਗੌਰਮੈਂਟ ਦੀ ਸਟੋਰੇਜ ਕੈਪੈਸਿਟੀ ਹੈ ਨਹੀਂ। ਸੋ ਇਹ ਇੱਕ ਤਾਂ ਇਹ ਵੇਖਣ ਦੀ ਲੋੜ ਹੈ। ਦੂਜਾ ਜਿਹੜਾ ਹੈ ਕਿ ਜਿਹੜਾ ਮਿਡਲਮੈਨ ਹੈ, ਮਿਡਲਮੈਨ ਉਹਦਾ ਲਾਭ ਜਿਹੜਾ ਮਾਰਜਨ ਹੈ ਉਹ ਬਹੁਤ ਜ਼ਿਆਦਾ ਹੈ। ਫਲਾਂ ਤੇ ਸਬਜ਼ੀਆਂ 'ਚ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ 10-10 ਗੁਣਾ ਹੈ। ਜਿਵੇਂ ਹਿਮਾਚਲ 'ਚ ਤੁਸੀਂ ਐਪਲ ਦੇ ਸੇਬ 'ਚ ਉਹ ਹੋਲਸੇਲ ਪ੍ਰਾਈਸ ਉਹਨਾਂ ਦੀ 16 ਜਾਂ 20 ਰੁਪਏ ਹੈ ਤੇ ਕੰਜ਼ਿਊਮਰ ਨੂੰ ਉਹ 150-200 ਰੁਪਏ ਮਿਲ ਰਿਹਾ ਕੰਜ਼ਿਊਮਰ ਨੂੰ। ਇਹ ਇੱਕ ਬਹੁਤ ਵੱਡਾ ਨੁਕਤਾ ਹੈ ਜਿਹੜਾ ਕਿ ਸਰਕਾਰਾਂ ਜਾਣ ਬੁੱਝ ਕੇ ਨਹੀਂ ਕਰਦੀਆਂ, ਕਿਉਂਕਿ ਉਹ ਮਿਡਲਮੈਨ ਜਿਹੜੇ ਵੱਡੇ ਨੇ ਉਹਨਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀਆਂ ਨੇ। ਤੇ ਹੁਣ ਪਿਛਲੇ ਕੁਝ ਸਾਲਾਂ ਤੋਂ ਇੱਕ ਹੋਰ ਫਾਰਵਰਡ ਬਾਇੰਗ ਜਿਹੜੀ ਹੈ ਕਿ ਪਹਿਲਾਂ ਹੀ ਫਸਲ ਆਉਣ ਤੋਂ ਪਹਿਲਾਂ ਹੀ ਉਹ ਫਾਰਵਰਡ ਬਾਇੰਗ ਕਰ ਲਓ, ਜਿਵੇਂ ਹੋਰ ਕਮੋਡਿਟੀਜ਼ ਦੀ ਕੀਤੀ ਜਾਂਦੀ ਹੈ। ਤੇ ਜਦੋਂ ਫਿਰ ਉਹ ਮੋਨੋਪੋਲੀ ਪ੍ਰਾਈਸ ਚਾਰਜ ਕਰਦੇ ਨੇ, ਅਸਲ ਦੇ ਵਿੱਚ ਉਹ ਕੀਮਤਾਂ ਉਨੀਆਂ ਹੁੰਦੀਆਂ ਨਹੀਂ। ਤੁਸੀਂ ਆਲੂ ਹੀ ਵੇਖ ਲਿਓ, ਜਦੋਂ ਪ੍ਰੋਡਿਊਸਰ ਤੋਂ ਹਫ਼ਤੇ ਬਾਅਦ ਚਲਾ ਗਿਆ ਤਾਂ ਲੋਕਾਂ ਨੇ ਜਿਨ੍ਹਾਂ ਨੇ ਖਰੀਦਿਆ, ਜਿਨ੍ਹਾਂ ਨੇ ਹੋਲਡਿੰਗ ਕੀਤੀ ਹੈ, ਉਹਨਾਂ ਨੇ ਬਹੁਤ ਵੱਧ ਕੀਮਤਾਂ ਤੇ ਵੇਚਣਾ ਹੈ। ਦੂਜੀ ਗੱਲ, ਕਿਸਾਨ ਦੇ ਜਿਹੜਾ ਅੰਦੋਲਨ ਚੱਲਿਆ, ਕਿਸਾਨ ਅੰਦੋਲਨ ਦੇ ਵਿੱਚ 3 ਜਿਹੜੇ ਕਾਨੂੰਨ ਪਾਸ ਹੋਏ ਸੀ। ਕੁਮਨ ਸਾਹਿਬ, ਮੈਂ ਤੁਹਾਨੂੰ ਵਿੱਚ ਰੋਕਣਾ ਚਾਹੂੰਗਾ, ਆਪਾਂ ਇਸੇ ਗੱਲ ਤੇ ਕੰਟੀਨਿਊ ਰੱਖਾਂਗੇ, ਪਰ ਦਰਸ਼ਕ ਵੀ ਆਪਣੇ ਨਾਲ ਆ ਕਿਉਂਕਿ ਵਾਰ-ਵਾਰ ਉਹ ਕਾਲ ਕਰ ਰਹੇ ਆ, ਜੁੜ ਰਹੇ ਆ। ਹਰੇਕ ਨੂੰ ਇਹੀ ਹੁੰਦਾ ਕਿ ਮੈਂ ਆਪਣੀ ਵੀ ਰਾਏ ਦਿਆਂ ਜਾਂ ਮੇਰੇ ਕੋਈ ਸਵਾਲ ਨੇ ਤੇ ਉਹ ਵੀ ਮੈਂ ਜ਼ਰੂਰ ਕਰਾਂ, ਆਪਾਂ ਉਹ ਵੀ ਨਾਲ ਲੈਂਦੇ ਜਾਵਾਂਗੇ। ਦਰਸ਼ਕ ਸਾਡੇ ਨਾਲ ਨੇ। ਕੀ ਨਾਮ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਭਾਈ, ਮੈਂ ਜਲੰਧਰ ਤੋਂ ਗੱਲ ਕਰ ਰਿਹਾ। ਮੇਰਾ ਨਾਮ ਦਿਵਾਂਸ਼ੂ ਰਾਜੂ ਹੈ ਜੀ। ਜੀ ਦਿਵਾਂਸ਼ੂ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਰ, ਮੈਂ ਕਹਿਣਾ ਚਾਹੁੰਦਾ ਹੈ ਕਿ ਸਰ ਜਿੱਦਾਂ ਸਿਲੰਡਰ ਦੇ ਇੰਨੇ ਰੇਟ ਵਧਾ ਰਹੇ ਆ ਕਿ ਸਰ ਸਰਕਾਰਾਂ ਨੂੰ ਕੁਝ ਸੋਚਣਾ ਚਾਹੀਦਾ। ਮਿਡਲ ਕਲਾਸ ਨੂੰ ਅਫੋਰਡ ਕਰਨਾ ਬਹੁਤ ਔਖਾ ਹੈ। ਹਾਂਜੀ ਸਰ, ਜਿਹੜੇ ਬੰਦੇ ਦੀ 400 ਰੁਪਏ ਦਿਹਾੜੀ ਉਹ ਕਿੱਥੋਂ ਲੈ ਸਕਦਾ ਸਰ? ਤੁਸੀਂ ਕੀ ਕੰਮ ਕਰਦੇ ਹੋ? ਹਾਂਜੀ ਸਰ, ਮੈਂ ਤਾਂ ਸਰ ਐਜ਼ ਇੱਕ ਹਸਪੀਟਲ 'ਚ ਕੰਮ ਕਰਦਾ ਸਟਾਫ ਦੇ ਤੌਰ ਤੇ। ਅੱਜ ਕਿੰਨੇ ਵਜੇ ਇਹ ਤੁਹਾਨੂੰ ਪਤਾ ਲੱਗਿਆ ਕਿ ਸਿਲੰਡਰ ਦੇ ਰੇਟ ਵਧਾ ਦਿੱਤੇ ਗਏ ਆ? ਸਰ ਮੈਨੂੰ ਸਰ ਸਵੇਰੇ ਪਤਾ ਲੱਗਾ ਸਰ, ਆਪਣੇ 10-11 ਵਜੇ ਸਰ ਦੈਨਿਕ ਭਾਸਕਰ ਦੇ ਖਬਰ ਆਈ ਸੀ। ਅੱਛਾ, ਤਾਂ ਫਿਰ ਪਹਿਲਾ ਰਿਐਕਸ਼ਨ ਕੀ ਸੀ ਜਦੋਂ ਇਹ ਖਬਰ ਤੁਹਾਡੇ ਕੰਨਾਂ ਤੱਕ ਪਹੁੰਚੀ? ਸਰ ਮੇਰਾ ਪਹਿਲਾ ਰਿਐਕਸ਼ਨ ਸਰ ਇਹੀ ਆ ਸਰ, ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ। ਇੰਨੇ ਸਿਲੰਡਰ ਦੇ ਰੇਟ ਇਹ ਵਧਾ ਰਹੇ ਸਰ, ਇਹਨਾਂ ਨੂੰ ਕੁਝ ਕਰਨਾ ਚਾਹੀਦਾ ਸਰਕਾਰਾਂ।
ਫਿਰ ਸਾਥੀਆਂ ਨਾਲ ਜ਼ਿਕਰ ਨਹੀਂ ਕੀਤਾ ਕਿ ਇਹ ਹੋਰ ਵੱਧ ਗਏ ਰੇਟ, ਕਿਵੇਂ ਗੁਜ਼ਾਰਾ ਕਰਾਂਗੇ, ਕਿਵੇਂ ਚਲਾਵਾਂਗੇ? ਸਰ ਬਾਕੀਆਂ ਨੂੰ ਮੈਂ ਦੱਸਿਆ ਹੀ, ਉਹ ਕਹਿੰਦੇ ਸਰਕਾਰਾਂ ਹੀ ਕਿਸੇ ਕੰਮ ਦੀਆਂ ਨਹੀਂ ਹੈਗੀਆਂ। ਅੱਛਾ, ਤੇ ਫਿਰ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸਰ ਇਹ ਵਧਾਉਂਦੇ ਪਏ ਆ, ਉਤੋਂ ਘਟਾਉਣੇ ਚਾਹੀਦੇ ਇਹਨਾਂ ਨੂੰ। ਠੀਕ ਹੈ ਰਾਜੂ ਜੀ, ਜੁੜੇ ਤੁਸੀਂ, ਧੰਨਵਾਦ। ਹੋਰ ਵੀ ਕਾਲਰ ਜੁੜੇ ਹੋਏ ਨੇ। ਨਾਮ ਕੀ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਠੀਕ ਹੈ ਕੁਮਨ ਸਾਹਿਬ, ਤੁਸੀਂ ਆਪਣੀ ਗੱਲ ਜਾਰੀ ਰੱਖਿਓ। ਆਪਾਂ ਜਿਹੜਾ ਖੇਤੀ ਕਾਨੂੰਨਾਂ ਦਾ ਜ਼ਿਕਰ ਕਰ ਰਹੇ ਸੀ, ਉੱਥੋਂ ਗੱਲ ਸ਼ੁਰੂ ਕਰਿਓ। ਮੈਂ ਇੱਕ ਥੋੜੀ ਜੀ ਆਪਣੇ ਦੋਸਤ ਵਿਕਰਮ ਦੀ ਗੱਲ 'ਚ ਗੱਲ ਕਰਨੀ ਚਾਹਾਂਗਾ ਕਿ ਇਹ ਮੰਗ ਤੇ ਪੂਰਤੀ ਦੀ ਗੱਲ ਕਰ ਰਹੇ ਨੇ। ਅਸਲ ਦੇ ਵਿੱਚ ਜਿਹੜੀ ਮੰਗ ਤੇ ਪੂਰਤੀ ਹੈ ਨਾ, ਇਹ ਵਸਤੂ ਦੀ ਨੇਚਰ ਤੇ ਡਿਪੈਂਡ ਕਰਦੀ ਹੈ ਕਿ ਕੀ ਉਹ ਵਸਤੂ ਜ਼ਰੂਰੀ ਵਸਤੂ ਹੈ ਜਿਸ ਤੋਂ ਬਿਨਾਂ ਬਿਲਕੁਲ ਨਹੀਂ ਸਰਦਾ, ਜਾਂ ਉਹ ਵਸਤੂ ਕੰਫਰਟ ਹੈ, ਸੁੱਖ ਆਰਾਮ ਲਈ ਹੈ, ਜਾਂ ਬਹੁਤ ਐਸ਼ੋ ਆਰਾਮ ਲਈ ਹੈ, ਲਗਜ਼ਰੀ ਹੈ। ਇਹ ਜਿਹੜੀ ਗੈਸ ਹੈ ਨਾ, ਇਹ ਤੇ ਮੰਗ ਤੇ ਸਪਲਾਈ ਦਾ ਨਿਯਮ ਲਾਗੂ ਨਹੀਂ ਹੁੰਦਾ। ਲਾਅ ਆਫ ਡਿਮਾਂਡ ਮੈਂ ਦੱਸ ਦਿਆਂ ਆਪਣੇ ਦੋਸਤਾਂ ਨੂੰ ਕਿ ਕੀਮਤ ਦੇ ਵਧਣ ਨਾਲ ਮੰਗ ਘਟਦੀ ਹੈ ਤੇ ਕੀਮਤ ਦੇ ਘਟਣ ਨਾਲ ਮੰਗ ਵੱਧਦੀ ਹੈ, ਪਰ ਇਹ ਨਿਯਮ ਜ਼ਰੂਰੀ ਵਸਤਾਂ ਤੇ ਲਾਗੂ ਨਹੀਂ ਹੁੰਦਾ। ਤੁਸੀਂ ਜਿੰਨੇ ਹੁਣ ਗੈਸ, ਇਹ ਤਾਂ ਨਹੀਂ ਨਾ ਵੀ ਜਿਹੜਾ 2 ਰੋਟੀਆਂ ਪਹਿਲਾਂ ਪਕਾਉਂਦਾ ਤੇ ਹੁਣ 1 ਰੋਟੀ ਪਕਾਉਣ ਲੱਗ ਜਾਏਗਾ। ਗੈਸ ਤਾਂ ਉਹ ਨਹੀਂ ਜ਼ਰੂਰੀ ਕਰਨੀ ਹੈ, ਜਾਂ ਉਹ ਕੋਈ ਆਲਟਰਨੇਟ ਫਿਊਲ ਬਲੇਗਾ। ਠੀਕ ਹੈ, ਜਿਹਨੇ ਸਕੂਟਰ ਤੇ, ਕਾਰ ਤੇ, ਟਰੈਕਟਰ, ਟਰੱਕ ਹੈ, ਹੋਰ ਹੈ, ਟਰੈਕਟਰ ਹੈ, ਉਹਨਾਂ ਨੇ ਤੇਲ ਨਾਲ ਹੀ ਚੱਲਣਾ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਵੀ ਜਿਹੜਾ ਵਖਰੇਵਾਂ ਹੈ ਉਹ ਕਰ ਲੈਣਾ ਚਾਹੀਦਾ ਹੈ। ਹਾਂ, ਜੇ ਤੁਸੀਂ ਲਗਜ਼ਰੀ ਕਾਰਾਂ ਦੀ ਕੀਮਤ ਵਧਾ ਦਿਓਗੇ ਤਾਂ ਆਮ ਬੰਦਾ ਜਿਹੜੇ ਮਿਡਲ ਕਲਾਸ ਹੈ, ਅਪਰ ਮਿਡਲ ਕਲਾਸ, ਉਹ ਸ਼ਾਇਦ ਛੋਟੀਆਂ ਕਾਰਾਂ ਲੈ ਲੂਗਾ। ਪਰ ਇਹ ਇੱਕ ਜ਼ਰੂਰੀ ਵਸਤੂ ਹੈ, ਜਿਵੇਂ ਅਨਾਜ ਜ਼ਰੂਰੀ ਵਸਤੂ ਹੈ, ਇਸੇ ਤਰ੍ਹਾਂ ਇਹ ਜ਼ਰੂਰੀ ਵਸਤੂ ਹੈ, ਜਿਵੇਂ ਬਿਜਲੀ ਜ਼ਰੂਰੀ ਵਸਤੂ ਹੈ। ਇਹ ਮੈਂ ਗੱਲ ਪਹਿਲਾਂ ਕਰਨੀ ਚਾਹੁੰਦਾ ਸੀ। ਦੂਸਰਾ ਜਿਹੜਾ ਕਿ ਤੁਸੀਂ ਕੋਈ ਚੀਜ਼ ਲੈ ਲਵੋ, ਉਹ ਜਦੋਂ ਤਾਂ ਉਤਪਾਦਕ ਕੋਲੇ ਹੁੰਦੀ ਹੈ, ਖਾਸ ਕਰਕੇ ਜਿਹੜਾ ਐਗਰੀਕਲਚਰਲ ਗੁੱਡਸ ਨਾਲ ਸੰਬੰਧਿਤ ਹੈ, ਤਾਂ ਉਹਦੀ ਕੀਮਤ ਜਿਹੜੀ ਹੈ ਉਹ ਬਹੁਤ ਘੱਟ ਹੁੰਦੀ ਹੈ, ਤੇ ਜਦੋਂ ਐਂਡ ਕੰਜ਼ਿਊਮਰ ਕੋਲੇ ਪਹੁੰਚਦੀ ਹੈ ਉਹ ਕਈ ਗੁਣਾ ਵੱਧ ਜਾਂਦੀ ਹੈ। ਇਹਦਾ ਮਤਲਬ ਕਿ ਮਿਡਲਮੈਨ ਪ੍ਰੋਫਿਟ ਜਿਹੜਾ ਉਹ ਬਹੁਤ ਜ਼ਿਆਦਾ ਹੈ। ਜਿਹੜੇ 3 ਖੇਤੀ ਕਾਨੂੰਨ ਸਰਕਾਰ ਲਿਆਉਣ ਲੱਗੀ ਸੀ ਤੇ ਫਾਰਮਰਸ ਦੇ ਜਿਹੜੀ ਲਗਾਤਾਰ ਪ੍ਰੋਟੈਸਟ ਤੇ ਲੰਬਾ ਪੀਸਫੁਲ ਪ੍ਰੋਟੈਸਟ ਤੇ ਐਜੀਟੇਸ਼ਨ ਕਰਕੇ ਉਹ ਪਾਸ ਨਹੀਂ ਹੋਏ, ਵਾਪਸ ਲੈਣੇ ਪਏ। ਉਹਨਾਂ ਦਾ ਇੱਕ ਪਰਪਸ ਇਹ ਵੀ ਸੀ ਕਿ ਜਿਹੜਾ ਕਮੋਡਿਟੀ ਐਕਟ ਹੈ, ਜਿਹੜਾ ਉਹਨੂੰ ਇੰਨਾ ਲਚਕੀਲਾ ਬਣਾ ਦਿਓ ਕਿ ਜੇ ਜਿਹੜਾ ਫਲਾਂ ਤੇ ਸਬਜ਼ੀਆਂ ਤੇ ਜੇ 200% ਕੀਮਤਾਂ ਵੱਧਦੀਆਂ ਨੇ ਤਾਂ ਸਰਕਾਰ ਇੰਟਰਵੀਨ ਕਰੇਗੀ, ਤੇ ਦੂਜੀਆਂ ਜਿਹੜੀਆਂ ਐਗਰੀਕਲਚਰ ਪ੍ਰੋਡਿਊਸ 100% ਵੱਧਦੀਆਂ ਨੇ ਤਾਂ ਸਰਕਾਰ ਜਿਹੜੀ ਹੈ ਉਹ ਇੰਟਰਵੀਨ ਕਰੇਗੀ। ਉਹ ਚੰਗਾ ਹੋਇਆ ਕਿ ਉਹ ਨਹੀਂ ਹੋਇਆ। ਇਹ ਜਦੋਂ ਉਹਨੇ ਹੋਰਡਿੰਗ ਹੋਰ ਕਰਾਣੀ ਸੀ, ਹੁਣ ਵੀ ਹੋਰਡਿੰਗ ਜਿਹੜੀਆਂ ਨਾਨ ਪੈਰੀਸ਼ੇਬਲ ਕਮੋਡਿਟੀ ਜਿਨ੍ਹਾਂ ਨੂੰ ਰੱਖਿਆ ਜਾ ਸਕਦਾ, ਉਹਨਾਂ ਦੀ ਹੋਰਡਿੰਗ ਹੁੰਦੀ ਹੈ, ਤੇ ਜਿਹੜੇ ਹੋਰਡਰ ਨੇ ਉਹ ਸਰਕਾਰਾਂ ਦੀ ਕਿਸੇ ਨਾ ਕਿਸੇ ਲੈਵਲ ਤੇ ਉਹਨਾਂ ਦੀ ਪੈਟਰਨਾਈਜੇਸ਼ਨ ਹੁੰਦੀ ਹੈ। ਸਰਕਾਰਾਂ ਦੀ ਨਾ ਹੋਏ, ਸਰਕਾਰਾਂ ਦੇ ਜਿਹੜੇ ਪੋਲੀਟੀਕਲ ਲੀਡਰ ਨੇ ਉਹਨਾਂ ਦੀ ਪੈਟਰਨਾਈਜੇਸ਼ਨ ਹੁੰਦੀ ਹੈ, ਜਿਸ ਕਰਕੇ ਉਹ ਹੋਰਡਿੰਗ ਕਰਦੇ ਨੇ ਤੇ ਫਿਰ ਮਨਮਰਜ਼ੀ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਵਸੂਲ ਕਰਦੇ ਨੇ। ਇਹ ਆਪਣੇ ਆਪ 'ਚ ਇੱਕ ਨੁਕਤਾ ਹੈ, ਤੇ ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਇਹ ਜਿਹੜੇ ਵੱਡੇ ਵੱਡੇ ਘਰਾਣੇ ਨੇ, ਜਦੋਂ ਉਹ ਜਿਹੜੇ ਐਗਰੀਕਲਚਰ ਪ੍ਰੋਡਿਊਸ ਵਿੱਚ ਵੀ ਲੱਗਦੇ ਨੇ, ਤਾਂ ਉਹਨਾਂ ਦੀਆਂ ਜਿਹੜੀਆਂ ਕੁਝ ਕੁ ਮਹੀਨਿਆਂ 'ਚ, ਕੁਝ ਦਿਨਾਂ 'ਚ ਕਈ ਗੁਣਾ ਐਸਟ ਕਿਉਂ ਵੱਧ ਜਾਂਦੇ ਨੇ, ਇਹ ਵੀ ਸੋਚਣ ਦੀ ਗੱਲ ਹੈ। ਤੇ ਆਮ ਬੰਦਾ ਜਿਹੜਾ ਕਿਸਾਨ ਹੈ ਉਹ ਜਾਂ ਪ੍ਰੋਡਿਊਸਰ ਹੈ, ਉਹਦਾ ਵਿਚਾਰਾ ਮੰਦਾ ਹਾਲ ਹੀ ਰਹਿੰਦਾ। ਸੋ ਮੈਨੂੰ ਲੱਗਦਾ ਕਿ ਇਹ ਇੱਕ ਨੁਕਤਾ ਹੈ। ਤੀਜਾ ਨੁਕਤਾ ਜਿਹੜਾ ਬਹੁਤ ਹੋਰ ਵੀ ਇੰਪੋਰਟੈਂਟ ਹੈ ਕਿ ਹਿੰਦੁਸਤਾਨ ਦੇ ਵਿੱਚ 7-8% ਦੇ ਕਰੀਬ ਜਿਹੜੀ ਤੁਹਾਡੀ ਵਰਕ ਫੋਰਸ ਹੈ ਉਹ ਆਰਗੇਨਾਈਜ਼ ਸੈਕਟਰ 'ਚ ਹੈ, ਸੰਗਠਿਤ ਖੇਤਰ ਜਿਹਨੂੰ ਕਹਿੰਦੇ ਆ। ਉਹਦਾ ਮਤਲਬ ਇਹ ਹੁੰਦਾ ਹੈ ਕਿ ਮਹਿੰਗਾਈ ਜਦੋਂ ਵੱਧਦੀ ਹੈ, ਉਹਨਾਂ ਦੀ ਮਹਿੰਗਾਈ ਦੇ ਬੇਸਿਸ ਤੇ, ਹੋਲਸੇਲ ਪ੍ਰਾਈਸ ਇੰਡੈਕਸ ਦੇ ਬੇਸਿਸ ਤੇ ਮਹਿੰਗਾਈ ਭੱਤਾ ਜਿਹੜਾ ਉਹ ਜੁੜ ਜਾਂਦਾ, ਉਹ ਜਿਹਨੂੰ ਕਹਿੰਦੇ ਡੀਅਰਨੈਸ ਅਲਾਊਂਸ ਜਿਹੜਾ ਹੋ ਜਾਂਦਾ, DA ਜਿਹਨੂੰ ਕਹਿੰਦੇ ਆ। ਪਰ ਜਿਹੜਾ ਅਨਆਰਗੇਨਾਈਜ਼ ਸੈਕਟਰ ਹੈ, 93% ਅਨਆਰਗੇਨਾਈਜ਼ ਸੈਕਟਰ ਹੈ ਵਰਕਰ ਜਿਹੜੇ ਹਿੰਦੁਸਤਾਨ ਦੇ, ਉਹ 92-93% ਦਾ ਤਾਂ ਮਹਿੰਗਾਈ ਦਾ ਕੋਈ ਹਿਸਾਬ ਕਿਤਾਬ ਹੈ ਹੀ ਨਹੀਂ। ਉਹਨਾਂ ਨੂੰ ਕੰਪਨਸੇਟ ਕਰਨ ਦਾ ਕੋਈ ਹਿਸਾਬ ਕਿਤਾਬ ਨਹੀਂ। ਜਦੋਂ ਕੀਮਤਾਂ ਵੱਧਦੀਆਂ ਨੇ ਤਾਂ ਉਹਨਾਂ ਦੀ ਜਿਹੜੇ ਪ੍ਰੋਡਿਊਸ ਦੀਆਂ ਕੀਮਤਾਂ
ਜਾਂ ਉਹਨਾਂ ਦੀਆਂ ਉਜਰਤਾਂ ਉਸ ਹਿਸਾਬ ਨਾਲ ਨਹੀਂ ਵਧਦੀਆਂ, ਤੇ ਸਭ ਤੋਂ ਜਿਹੜੀ ਵੱਧ ਮਾਰ ਪੈਂਦੀ ਹੈ ਉਹ 50, 60, 70% ਲੋਕ ਜਿਹੜੇ ਆ ਥੱਲੇ ਵਾਲੇ, ਉਹਨਾਂ ਤੇ ਹੋਰ ਮਾਰ ਪੈਂਦੀ ਹੈ। ਤੇ ਜਿਹੜੇ ਦੋਸਤ ਹੁਣ ਤੱਕ ਸਵਾਲ ਕਰ ਰਹੇ ਸੀ ਉਹ ਠੀਕ ਕਹਿ ਰਹੇ ਨੇ, ਕਿਉਂਕਿ ਬਹੁਤ ਲੋਕਾਂ ਨੂੰ, ਥੋੜੇ ਜਿਹੇ ਲੋਕਾਂ ਨੂੰ ਇਹਦਾ ਫਰਕ ਨਹੀਂ ਪੈਣਾ, ਪਰ ਬਾਕੀ ਲੋਕਾਂ ਨੂੰ ਫਰਕ ਜਿਹੜਾ ਉਹ ਪੈਣਾ। ਇੱਕ ਮੈਂ ਹੋਰ ਵੀ ਤੁਹਾਨੂੰ ਦੱਸ ਜੀ ਕਿ ਇੱਕ ਇਕਨੋਮਿਕਸ ਦਾ ਬੇਸਿਕ ਲਾ ਹੈ ਕਿ ਮਾਰਜਨਲ ਯੂਟਿਲਿਟੀ, ਜਿਹੜੀ ਗਰੀਬ ਆਦਮੀ ਵਾਸਤੇ 10 ਰੁਪਏ ਦੀ ਜਿਹੜੀ ਯੂਟਿਲਿਟੀ ਹੈ ਉਹ ਅਮੀਰ ਆਦਮੀ ਦੇ 1000 ਰੁਪਏ ਨਾਲੋਂ ਵੀ ਜ਼ਿਆਦਾ ਹੈ। ਠੀਕ ਹੈ, ਸੋ ਇਸ ਕਰਕੇ ਜੇ ਅਮੀਰ ਆਦਮੀ ਦੇ 10 ਰੁਪਏ ਵੀ ਭਾਰ ਪੈਂਦਾ ਮਹਿੰਗਾਈ ਦਾ, ਤੇ ਅਮੀਰ ਆਦਮੀ ਦਾ 1000 ਵੀ ਪੈਂਦਾ, ਤੇ ਉਹ ਫਰਕ ਨਹੀਂ ਪੈਂਦਾ ਉਹਨੂੰ, ਪਰ ਗਰੀਬ ਆਦਮੀ ਪਿਸ ਜਾਂਦਾ ਹੈਗਾ, ਕਿਉਂਕਿ ਉਹਦਾ ਬਜਟ ਹਿੱਲ ਜਾਂਦਾ ਹੈ। ਠੀਕ ਹੈ, ਆਪਾਂ ਕਾਲਰ ਵੀ ਲੈ ਲੈਂਦੇ ਹਾਂ ਜੀ, ਨਾਲ ਸ਼ਾਮਲ ਕਰ ਲੈਂਦੇ ਹਾਂ ਉਹਨਾਂ ਨੂੰ ਵੀ। ਨਾਮ ਕੀ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਸਰ ਥਰਿਆਲੀ ਤੋਂ ਬੋਲਣ ਦਾ ਜੀ। ਜੀ ਹਰਦੇਵ ਸਿੰਘ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਸਰ ਮਹਿੰਗਾਈ ਤੇ ਸਰ ਸਿਲੰਡਰ ਦਾ ਰੇਟ ਅੱਜ ਵੱਧ ਗਿਆ, ਦਿਹਾੜੀਦਾਰ ਬੰਦੇ ਆ ਸਰ। ਤੁਸੀਂ ਨਾ ਆਪਣੇ ਟੀਵੀ ਦੀ ਆਵਾਜ਼ ਬੰਦ ਕਰ ਲਿਓ, ਕਿਉਂਕਿ ਗੱਲ ਨਹੀਂ ਤਾਂ ਸਮਝ ਨਹੀਂ ਆਉਣੀ ਜੇ ਉਹਨੂੰ ਬੰਦ ਕਰੋਗੇ, ਕਿਉਂਕਿ ਤੁਸੀਂ ਪਹਿਲਾਂ ਉਧਰ ਆਵਾਜ਼ ਸੁਣਦੇ ਹੋ, ਉਸ ਤੋਂ ਬਾਅਦ ਫਿਰ ਫੋਨ ਦੇ ਉੱਤੇ ਗੱਲ ਕਰਦੇ ਹੋ। ਉਹ ਬੰਦ ਕਰੋਗੇ ਤੁਸੀਂ ਤਾਂ ਫਿਰ ਆਪਣਾ ਰਾਬਤਾ ਸਹੀ ਹੋ ਪਾਊਗਾ। ਸਰ ਇਹ ਮਹਿੰਗਾਈ ਇੰਨੀ ਆ ਵੀ ਦਿਹਾੜੀ ਕਰੀਦੀ ਹੈ ਜੀ, ਮਿਸਤਰੀ ਦੇ ਨਾਲ ਲੇਬਰ ਤੇ ਜਾਂਦੇ ਆ ਜੀ। ਅੱਛਾ ਸਰ ਅੱਜ 350 ਸਿਲੰਡਰ ਹੋਰ ਵੱਧ ਗਿਆ, ਇਹ ਸਰਕਾਰਾਂ ਕੀ ਸੋਚਦੀਆਂ ਜੀ? ਨਹੀਂ, ਤੁਹਾਡੀ ਦਿਹਾੜੀ ਕਿੰਨੀ ਹੈ, ਕਿੰਨੀ ਕੁ ਦਿਹਾੜੀ ਰੋਜ਼ ਪਾ ਲੈਂਦੇ ਤੁਸੀਂ? 300 ਰੁਪਇਆ ਜੀ। ਹਾਂਜੀ 300 ਰੁਪਇਆ ਦਿਹਾੜੀ ਹੈ ਜੀ। ਅੱਛਾ, ਫਿਰ ਜਦੋਂ ਇਸ ਤਰ੍ਹਾਂ ਦੀ ਖਬਰਾਂ ਤੁਹਾਡੇ ਕੰਨਾਂ ਤੱਕ ਪਹੁੰਚਦੀਆਂ, ਪਤਾ ਲੱਗਦਾ ਹੈ, ਤੇ ਫਿਰ ਪਹਿਲੀ ਦਿਮਾਗ ਦੇ ਵਿੱਚ ਕੀ ਚੀਜ਼ ਆਉਂਦੀ ਹੈ ਕਿ ਹੁਣ ਸਿਲੰਡਰ ਲੈਣਾ ਵੀ ਸਾਨੂੰ ਔਖਾ ਹੋ ਜਾਊਗਾ, ਜਾਂ ਇਸ ਤੋਂ ਪਹਿਲਾਂ ਰੇਟ ਜਿਹੜਾ ਉਹ ਵੀ 1000 ਰੁਪਏ ਤੋਂ ਵੱਧ ਸੀਗਾ, ਤੇ ਕਿੰਨਾ ਕੁ ਔਖਾ ਹੋ ਜਾਂਦਾ ਸਿਲੰਡਰ ਲੈ ਕੇ ਆਉਣਾ? ਔਰ ਇੱਕ ਮਹੀਨੇ ਦੇ ਵਿੱਚ ਜਾਂ ਇੱਕ ਸਿਲੰਡਰ ਨੂੰ ਕਿੰਨਾ ਸਮਾਂ ਵਰਤਦੇ ਹੋ ਤੁਸੀਂ? ਸਰ ਸਿਲੰਡਰ ਤੁਹਾਨੂੰ ਪਤਾ, ਬੱਚੇ ਸੜਕੇ ਸਕੂਲੇ ਜਾਂਦੇ ਆ, ਫਿਰ ਰੋਟੀ ਪਾਣੀ ਇਹਨਾਂ ਦਾ ਬਣਾਉਣਾ ਬਹੁਤ ਔਖਾ ਹੁੰਦਾ ਜੀ। ਕਿੰਨਾ ਸਮਾਂ ਕੱਢ ਜਾਂਦਾ ਇੱਕ ਸਿਲੰਡਰ? ਸਮਾਂ ਸਰ ਕੋਈ 1.5 ਮਹੀਨਾ। ਅੱਛਾ ਹਾਂਜੀ ਠੀਕ ਹੈ, ਫਿਰ ਖਰਚਾ ਜਿੰਨਾ ਕੁ ਰੋਜ਼ ਦਿਹਾੜੀ ਮਿਲਦੀ ਹੈ ਉਹਦੇ ਨਾਲ ਖਰਚਾ ਚੱਲ ਜਾਂਦਾ ਸੁਖਾਲਾ, ਜਾਂ ਫਿਰ ਅਖਿਆਈ ਹੁੰਦੀ ਹੈ ਤੁਹਾਨੂੰ? ਨਹੀਂ ਜੀ, ਬਹੁਤ ਔਖਾ ਜੀ। ਫਿਰ ਸਰਕਾਰ ਕਦੇ ਤੁਹਾਡੇ ਕੋਲ ਸਰਕਾਰ ਦੇ ਬੰਦੇ ਨਹੀਂ ਆਉਂਦੇ ਕਦੇ, ਜਦੋਂ ਵੋਟਾਂ ਮੰਗਣ ਆਏ ਹੁਣ ਉਦੋਂ ਕਦੇ ਜ਼ਿਕਰ ਹੋਇਆ ਹੋਵੇ ਕਿ ਮਹਿੰਗਾਈ ਘੱਟ ਕਰ ਦਿਓ, ਸਾਨੂੰ ਬਹੁਤ ਔਖਾ ਹੋ ਜਾਂਦਾ? ਨਹੀਂ ਸਰ, ਕੋਈ ਗਰੀਬ ਦੀ ਗੱਲ ਹੀ ਨਹੀਂ ਕਰਦਾ। ਗਰੀਬ ਦੀ ਅੱਜ ਤੱਕ ਇਹਨੇ ਕਦੀ ਗੱਲ ਕੀਤੀ ਵੀ ਗਰੀਬ ਬੰਦਾ ਮਜ਼ਦੂਰੀ ਕਰਦਾ ਕਿੱਥੋਂ ਭਰਾਊਗਾ ਇਹ? ਹਾਂਜੀ ਠੀਕ ਹੈ, ਤੁਸੀਂ ਸਾਡੇ ਨਾਲ ਜੁੜੇ, ਧੰਨਵਾਦ ਤੁਹਾਡਾ ਜੁੜਨ ਦੇ ਲਈ। ਤਾਂ ਬੜਾ ਔਖਾ ਹੋ ਜਾਂਦਾ ਹੈ ਗੁਜ਼ਾਰਾ ਕਰਨਾ, ਜੇਕਰ 300 ਰੁਪਏ ਦਿਹਾੜੀ ਮਿਲ ਰਹੀ ਹੈ ਔਰ ਉਹਦੇ ਵਿੱਚ ਤੁਸੀਂ ਆਪਣੇ ਘਰ ਦੀਆਂ ਲੋੜਾਂ ਪੂਰੀਆਂ ਕਰਨੇ ਨੇ, ਬੱਚੇ ਵੀ ਪਾਲਣੇ, ਉਹਨਾਂ ਨੂੰ ਪੜ੍ਹਾਉਣਾ ਵੀ ਹੈ, ਤਾਂ ਫਿਰ ਕੋਈ ਸੁਖਾਲਾ ਨਹੀਂ ਹੈ। ਪਰ ਹੁਣ ਸਰਕਾਰ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ। ਪਤਾ ਨਹੀਂ ਸਰਕਾਰਾਂ ਕਿਉਂ ਨਹੀਂ ਇਹ ਚੀਜ਼ ਕਰ ਪਾਉਂਦੀਆਂ, ਕਿਉਂ ਉਹਨਾਂ ਦੇ ਵੱਸੋਂ ਚੀਜ਼ ਬਾਹਰ ਹੋ ਰਹੀ ਹੈ, ਇਹ ਗੱਲ ਸਮਝ ਨਹੀਂ ਆਉਂਦੀ। ਕਿਉਂਕਿ ਜੇ ਤੁਸੀਂ ਪਹਿਲਾਂ ਪਿਛਲੀ ਸਰਕਾਰ ਨੂੰ ਇਸ ਗੱਲ ਨੂੰ ਲੈ ਕੇ ਭੰਡਦੇ ਰਹੇ ਕਿ ਮਹਿੰਗਾਈ ਬਹੁਤ ਕਰ ਦਿੱਤੀ, ਤੇ ਸਾਨੂੰ ਹੁਣ ਤੁਸੀਂ ਸੱਤਾ ਦੇ ਵਿੱਚ ਬਿਠਾਓ, ਅਸੀਂ ਮਹਿੰਗਾਈ ਘੱਟ ਕਰਾਂਗੇ, ਤੇ ਜੇ ਤੁਸੀਂ ਵੀ ਨਹੀਂ ਕਰ ਸਕੇ, ਇਹਦਾ ਮਤਲਬ ਇਹ ਕਿ ਫਿਰ ਤੁਸੀਂ ਉਸ ਸਮੇਂ ਸਿਰਫ ਗੁੰਮਰਾਹ ਕਰਦੇ ਰਹੇ ਲੋਕਾਂ ਨੂੰ। ਕਾਲਰ ਹੋਰ ਵੀ ਸਾਡੇ ਨਾਲ ਨੇ, ਨਾਮ ਕੀ ਹੈ ਜੀ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਕੀ ਕਹਿਣਾ ਚਾਹੁੰਦੇ ਹੋ ਜੀ, ਕਿੱਥੋਂ ਗੱਲ ਕਰ ਰਹੇ ਹੋ? ਮੈਂ ਦਲਜੀਤ ਸਿੰਘ ਐਡਵੋਕੇਟ ਰੋਪੜ ਜੀ। ਪਹਿਲੇ ਤਾਂ ਪ੍ਰੋਫੈਸਰ ਸਾਹਿਬ ਨੂੰ ਮੇਰਾ ਸਲੂਟ ਜੀ, ਧੰਨਵਾਦ ਜੀ। ਪ੍ਰੋਫੈਸਰ ਸਾਹਿਬ ਨੂੰ ਦੇਖ ਕੇ 1974 ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਜੀ ਯਾਦ ਆ ਗਈ ਪੁਰਾਣੀ ਸਾਰੀ। ਬਹੁਤ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਜਿਹੜਾ ਮੁੱਦਾ ਉਠਾਇਆ ਹੈ, ਇਹ ਸਰਕਾਰ ਦੀ ਜਿਹੜੀ ਪਾਲਿਸੀ ਹੈਗੀ ਆ ਨਾ, ਲੋਕਾਂ ਤੇ ਮਹਿੰਗਾਈ ਵਧਾਉਣ ਤੇ ਲੋਕਾਂ ਨੂੰ ਗਮਰਾਹਪੂਰਨ ਕਰਦੀ ਹੈਗੀ ਆ। ਸਾਡੇ ਵਿੱਤ ਮੰਤਰੀ ਜਿਹੜੇ ਕਹਿ ਰਹੇ ਸੀਗੇ ਕਿ ਅਸੀਂ ਮਹਿੰਗਾਈ ਦਰ ਥੱਲੇ ਲਿਆਵਾਂਗੇ, ਉਹ ਬਿਲਕੁਲ ਫੇਲ ਹੋ ਚੁੱਕੇ ਹਨ। ਤੇ ਵਾਜਪਾਈ ਜਿਹੜੀ ਬੀਜੇਪੀ ਸਰਕਾਰ ਹੈਗੀ ਆ, ਉਹਨੂੰ ਐਟ ਦੀ ਅਰਲੀਐਸਟ ਦਫਾ ਕਰਨਾ ਚਾਹੀਦਾ ਹੈਗਾ। ਅੱਛਾ, ਇੱਦਾਂ ਕਿ ਹੁੰਦਾ ਕਿ ਪਹਿਲਾਂ ਜਦੋਂ ਕਿਸੇ ਹੋਰ ਦੀ ਸਰਕਾਰ ਹੋਵੇ ਉਦੋਂ ਤਾਂ ਆਪਾਂ ਗੱਡਿਆਂ ਤੇ ਚੜ੍ਹ ਕੇ ਵੀ ਪ੍ਰਦਰਸ਼ਨ ਕਰਦੇ ਹਾਂ ਕਿ ਪੈਟਰੋਲ ਬਹੁਤ ਮਹਿੰਗਾ ਹੋ ਗਿਆ, ਡੀਜ਼ਲ ਬਹੁਤ ਅਸੀਂ ਗੱਡੀਆਂ ਦੇ ਵਿੱਚ ਪਵਾ ਨਹੀਂ ਸਕਦੇ, ਸਾਈਕਲਾਂ ਦੇ ਉੱਤੇ ਵੀ ਪ੍ਰਦਰਸ਼ਨ ਕਰਦੇ ਹਾਂ। ਜਦੋਂ ਸਿਲੰਡਰ ਮਹਿੰਗਾ ਹੋ ਜਾਂਦਾ ਫਿਰ ਆਪਾਂ ਸਿਲੰਡਰ ਸਿਰ ਦੇ ਉੱਤੇ ਵੀ ਰੱਖ ਲੈਂਦੇ ਹਾਂ,
ਔਰ ਸਿਲੰਡਰ ਇੱਥੋਂ ਤੱਕ ਕਿ ਉਹਦਾ ਕਈ ਵਾਰ ਜਿਸ ਤਰ੍ਹਾਂ ਉਹਦੀ ਪਰਸੀਲ ਹੁੰਦੀ ਹੈ ਉਹਨੂੰ ਖੋਲ੍ਹ ਕੇ ਇਹ ਸ਼ੋਅ ਕਰਦੇ ਆ ਵੀ ਹੁਣ ਇਹਦੇ ਵਿੱਚੋਂ ਨਿਕਲਣਾ ਕੁਛ ਨਹੀਂ, ਔਰ ਅੱਗ ਵਾਲੀ ਤੀਲੀ ਉਹਦੇ ਨੇੜੇ ਤੱਕ ਲੈ ਜਾਂਦੇ ਆ। ਇਸ ਤਰ੍ਹਾਂ ਦੇ ਵੀ ਕਈ ਪ੍ਰੋਟੈਸਟ ਅਸੀਂ ਵੇਖੇ ਆ ਵੀ ਇਹਦੇ ਵਿੱਚ ਕੁਝ ਹੈ ਤਾਂ ਹੈ ਨਹੀਂ, ਹੁਣ ਭਾਵੇਂ ਇਹਦੇ ਨਾਲ ਤੀਲੀ ਲਾ ਦਿਓ ਜਾਂ ਕੁਛ ਵੀ ਕਰ ਦਿਓ। ਪਰ ਜਦੋਂ ਉਹੀ ਸੱਤਾ ਦੇ ਵਿੱਚ ਆ ਜਾਂਦੇ ਆ ਲੋਕ ਤੇ ਫਿਰ ਉਹਨਾਂ ਨੂੰ ਨਹੀਂ ਦਿਸਦੀਆਂ ਇਹ ਚੀਜ਼ਾਂ, ਫਿਰ ਉਹਨਾਂ ਨੂੰ ਇੰਨਾ ਮਹਿਸੂਸ ਨਹੀਂ ਹੁੰਦਾ। ਜੀ ਮੇਰੀ ਆਵਾਜ਼ ਸੁਣ ਪਾ ਰਹੇ ਹੋ? ਠੀਕ ਹੈ, ਕਾਲਰ ਕੱਟ ਗਏ ਨੇ, ਹੋਰ ਵੀ ਕਾਲਰ ਜੁੜੇ ਨੇ। ਨਾਮ ਕੀ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਅੰਮ੍ਰਿਤਸਰ ਤੋਂ ਸੁਨੀਤਾ ਬੋਲਦੀ ਪਈ ਹਾਂ ਮੈਂ। ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਕਹਿਣਾ ਚਾਹੁੰਦੀ ਹਾਂ ਕਿ ਸਿਲੰਡਰ ਬਾਰੇ ਜਿਹੜੇ ਮਹਿੰਗਾਈ ਕਰਦੇ ਪਏ ਆ, ਸਮਝ ਨਹੀਂ ਆਉਂਦੀ ਇਹ ਮਹਿੰਗਾਈ ਕੌਣ ਕਰਦਾ ਪਿਆ ਵਾ? ਮੋਦੀ ਜੀ ਕਰਦੇ ਪਏ ਆ। ਫੈਸਲਾ ਤਾਂ ਸਰਕਾਰ ਦਾ ਹੈ ਜੀ। ਹਾਂਜੀ, ਪਰ ਇਹਨਾਂ ਨੇ ਜਦੋਂ ਵੋਟਾਂ ਲੈਂਦੀ ਹੈ ਕਿ ਗਰੀਬਾਂ ਬਾਰੇ ਸੋਚਣਗੇ। ਕਿੱਥੇ 450 ਦਾ ਸਿਲੰਡਰ ਸੀ, ਹੁਣ ਕਿੱਥੇ ਸਿਲੰਡਰ 1100 ਤੋਂ 50 ਦਾ ਹੋ ਗਿਆ। ਗਰੀਬ ਬੰਦਾ ਕੀ ਕਰੇਗਾ ਜਿਹੜਾ ਦਿਹਾੜੀਦਾਰ ਹੈਗਾ, ਜਿਨ੍ਹਾਂ ਨੇ ਦਿਹਾੜੀ ਹਾਂਜੀ। ਤੁਹਾਨੂੰ ਲੱਗਦਾ ਕਿ ਸਰਕਾਰਾਂ ਇੰਨਾ ਸੋਚਦੀਆਂ ਨੇ ਕਿ ਗਰੀਬ ਬੰਦਾ ਕੀ ਕਰੂਗਾ, ਜਾਂ ਉਹਨਾਂ ਦੀ ਸੋਚ ਜਿਹੜੀ ਆ ਬਸ ਉੱਪਰ ਰਹਿ ਜਾਂਦੀ ਹੈ? ਹਾਂਜੀ ਹਾਂਜੀ, ਉਹੀ ਹੈ ਨਾ, ਗਰੀਬ ਬੰਦਾ ਮਾਰੇ ਜਾਂਦਾ, ਅਮੀਰਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜਿਹਨੇ ਦਿਹਾੜੀ 400 ਰੁਪਏ ਲੈਣੀ ਆ, 500 ਲੈਣੀ, ਉਹ ਕੀ ਕਰੂਗਾ? ਰੋਟੀ ਖਾਏਗਾ ਕਿ ਸਿਲੰਡਰ ਲਏਗਾ ਕਿ ਕੀ ਕਰੂਗਾ? ਅੱਛਾ, ਕਦੇ ਇਦਾਂ ਹੋਇਆ ਕਿ ਸਿਲੰਡਰ ਐਂ ਲੱਗਿਆ ਹੋਵੇ ਕਿ ਜਲਦੀ ਖਤਮ ਹੋ ਗਿਆ, ਜਾਂ ਤੁਸੀਂ ਆਪਣੇ ਪਰਿਵਾਰ ਦੇ ਜੀਆਂ ਨੂੰ ਕਹਿੰਦੇ ਹੋ ਕਿ ਸਿਲੰਡਰ ਭਰਵਾ ਦਿਓ, ਸਿਲੰਡਰ ਖਤਮ ਹੋ ਗਿਆ, ਤੇ ਉਹ ਅੱਗੋਂ ਉਹਨਾਂ ਦਾ ਜਵਾਬ ਇਹ ਹੋਏ ਕਿ ਇੰਨੀ ਜਲਦੀ ਖਤਮ ਹੋ ਗਿਆ, ਹਾਲੇ ਹੁਣ ਤਾਂ ਭਰਵਾਇਆ ਸੀ? ਹਾਂਜੀ, ਪਤਾ ਗੱਲ ਕੀ ਹੈ, ਜਿਨ੍ਹਾਂ ਨੇ ਦਿਹਾੜੀ 500 ਰੁਪਏ ਦਿਹਾੜੀ ਲੈਣੀ ਆ, ਠੀਕ ਹੈ ਨਾ, ਰੋਟੀ ਆਟਾ ਲਿਆਓ, ਸਬਜ਼ੀ ਵਗੈਰਾ ਉਹ ਲਿਆਓ, ਸਿਲੰਡਰ ਭਰਾਗਾ ਘੱਟੇ ਇੱਥੇ ਆਟਾ ਬੱਤੀ ਲਿਆਊਗਾ। ਹਾਂਜੀ, ਇਹਨਾਂ ਤੋਂ ਗੌਰਮੈਂਟ ਨੂੰ ਸੋਚਣਾ ਸੀ ਨਾ ਗਰੀਬਾਂ ਬਾਰੇ ਵੀ। ਚਲੋ ਠੀਕ ਹੈ ਜੀ, ਤੁਸੀਂ ਜੁੜੇ ਸਾਡੇ ਨਾਲ। ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਇਹ ਕਹਿ ਰਹੇ ਆ ਕਿ ਜਿਹੜੇ ਰੋਜ਼ ਦਿਹਾੜੀ ਕਰਨ ਵਾਲੇ ਲੋਕ ਆ ਉਹਨਾਂ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੋ ਜਾਂਦਾ। ਇਸ ਤੋਂ ਪਹਿਲਾਂ ਵੀ ਜਿਹੜੇ ਸਾਡੇ ਨਾਲ ਕਾਲਰ ਜੁੜੇ, ਦਰਸ਼ਕ ਜੁੜੇ, ਉਹ ਵੀ ਇਹੀ ਗੱਲ ਦਾ ਜ਼ਿਕਰ ਕਰ ਰਹੇ ਆ, ਪਰ ਸਰਕਾਰਾਂ ਕਦੋਂ ਕਰਨਗੀਆਂ ਇਹਦਾ ਜਵਾਬ ਹਾਲੇ ਤੱਕ ਕਿਸੇ ਕੋਲ ਵੀ ਨਹੀਂ ਹੈਗਾ। ਹੋਰ ਵੀ ਦਰਸ਼ਕ ਜੁੜੇ ਹੋਏ ਆ। ਨਾਮ ਕੀ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ ਤੇ ਕਹਿਣਾ ਕੀ ਚਾਹੁੰਦੇ ਹੋ? ਹੈਲੋ, ਹਾਂਜੀ, ਮੇਰਾ ਨਾਮ ਸਰਜੀਤ ਸਿੰਘ ਹੈ ਜੀ, ਮੈਂ ਜਲੰਧਰ ਤੋਂ ਗੱਲ ਕਰ ਰਿਹਾ ਜੀ। ਕੀ ਕਹਿਣਾ ਚਾਹੁੰਦੇ ਹੋ? ਮਹਿੰਗਾਈ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਪੈਸੇ ਦੀ ਕੀਮਤ ਘਟ ਜਾਣੀ, ਵੈਲਿਊ ਘਟ ਜਾਣੀ ਡਾਲਰ ਦੇ ਹਿਸਾਬ ਨਾਲ। ਇਹ ਡਾਲਰ ਦੀ ਕੀਮਤ ਉਦੋਂ ਘਟਦੀ ਹੈ ਜਾਂ ਵੱਧਦੀ ਹੈ ਜਦੋਂ ਆਪਾਂ ਜਿਹੜੇ ਗਵਰਨਮੈਂਟ ਨੂੰ ਫੰਡਿੰਗ ਕਰਦੇ ਨੇ ਬਿਜ਼ਨਸਮੈਨ, ਉਹਨਾਂ ਨੂੰ ਫਾਇਦਾ ਕਰਨ ਦੇ ਲਈ ਉਹਨਾਂ ਦੇ ਅਰਬਾਂ ਖਰਬਾਂ ਰੁਪਏ ਦੇ ਲੋਨ ਮਾਫ ਕਰ ਦਿੱਤੇ ਜਾਂਦੇ ਆ। ਮਨਮੋਹਨ ਸਰਕਾਰ ਨੇ ਵੀ ਇਹੀ ਕੀਤਾ, ਮੋਦੀ ਨੇ ਤੋਂ ਡਬਲ ਕੰਮ 5 ਗੁਣਾ ਜ਼ਿਆਦਾ ਕੰਮ ਕੀਤਾ। ਜਦੋਂ ਪੈਸੇ ਦੀ ਵੈਲਿਊ ਡਿੱਗ ਜਾਂਦੀ ਆ ਤੇ ਆਪੇ ਡਾਲਰ ਦੇ ਹਿਸਾਬ ਨਾਲ ਤੁਸੀਂ ਲੈਣਾ ਹੈਗਾ, ਕਰੂਡ ਆਇਲ ਲੈਣਾ, ਜੋ ਕੁਛ ਵੀ ਲੈਣਾ, ਉਹ ਸਾਰਾ ਇਫੈਕਟ ਕਰਦਾ। ਇੱਕ ਜ਼ਿਮੀਂਦਾਰ ਨੇ 2 ਲੱਖ ਰੁਪਇਆ ਲੈਣਾ ਹੋਵੇ ਜੀ, ਉਹਦੇ ਘਰ ਦੇ ਉੱਤੇ ਟਰੈਕਟਰ ਲੈ ਜਾਂਦੇ, ਬੁਨਿਆਦੀ ਕਰਾਉਂਦੇ ਆ। ਜਿਹੜੇ ਬਿਗ ਹਾਊਸਿਸ ਨੇ, ਇਹਨਾਂ ਦੀ ਬੁਨਿਆਦੀ ਕਿਉਂ ਨਹੀਂ ਕਰਦੀ? ਫੋਰਨ ਦੇ ਵਿੱਚ, ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਲੋਨ ਡਿਫਾਲਟਰ ਨੇ ਜਾਂ ਉਹ ਲੋਨ ਵਾਪਸ ਨਹੀਂ ਕਰਦੇ, ਮਾਫ ਨਹੀਂ ਕਰਦੇ ਉਧਰ ਦੀਆਂ ਗਵਰਨਮੈਂਟਾਂ। ਸਾਡੀਆਂ ਗਵਰਨਮੈਂਟਾਂ ਕਿਉਂ ਮਾਫ ਕਰਦੀਆਂ ਇਹਨਾਂ ਦੇ ਲੋਨ? ਇਹਦੇ ਕਰਕੇ ਮਹਿੰਗਾਈ ਜ਼ਿਆਦਾ ਹੁੰਦੀ। ਸਾਡੀਆਂ ਗਵਰਨਮੈਂਟਾਂ ਕਿਉਂ ਲੋਨ ਮਾਫ ਕਰਦੀਆਂ? ਜ਼ਿਮੀਂਦਾਰ ਤੁਸੀਂ ਕਰ ਨਹੀਂ ਸਕਦੇ। ਉਹਨਾਂ ਇਨਫੋਰਮੇਸ਼ਨ ਹੁੰਦੀ ਆ, ਡਾਲਰ ਦੀ ਕੀਮਤ ਵੱਧਦੀ ਆ, ਰੁਪੀਸ ਦੀ ਕੀਮਤ ਡਿੱਗਦੀ ਆ। ਇਹ ਸਿੱਧਾ ਗੱਲ। ਜਦੋਂ ਰਿਜ਼ਰਵ ਬੈਂਕ ਨੂੰ ਉਹਨਾਂ ਨੋਟਾਂ ਨੂੰ ਪੂਰਾ ਕਰਨ ਲਈ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਜ਼ਿਆਦਾ ਨੋਟ ਛਾਪਣੇ ਪੈਂਦੇ ਆ। ਜਦੋਂ ਆਪਾਂ ਜ਼ਿਆਦਾ ਨੋਟ ਛਾਪਾਂਗੇ ਤਾਂ ਸਾਡੀ ਵੈਲਿਊਏਸ਼ਨ ਹੋਏਗਾ ਤੇ ਮਹਿੰਗਾਈ ਹੋਏਗੀ। ਇਹ ਬੇਸਿਕ ਹੈ। ਠੀਕ ਹੈ, ਠੀਕ ਹੈ ਜੀ, ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ। ਹੋਰ ਵੀ ਕਾਲਰ ਨੇ। ਨਾਮ ਕੀ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜਸਬੀਰ ਸਿੰਘ ਗੁਰੂ ਕੀ ਵਡਾਲੀ ਅੰਮ੍ਰਿਤਸਰ ਸ਼ਹਿਰ ਤੋਂ ਬੋਲਦਾ ਜੀ। ਕੀ ਕਹਿਣਾ ਚਾਹੁੰਦੇ ਹੋ? ਮੈਂ ਚਾਹੁੰਦਾ ਜੀ, ਸਿਲੰਡਰ ਤੇ ਤੇਲ, ਡੀਜ਼ਲ, ਪੈਟਰੋਲ ਇੰਨਾ ਮਹਿੰਗਾ ਹੋ ਗਿਆ। ਜਦੋਂ ਦੀ ਮੋਦੀ ਸਰਕਾਰ ਆਈ ਹੈ, ਇਹਨਾਂ ਨੇ ਇੰਨੇ ਝੂਠੇ ਲਾਰਿਆਂ ਦੇ ਵਿੱਚ ਹੀ ਜਿੰਨਾ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਹੋਰ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਉਝਲਾਇਆ, ਤੇ ਇਸ ਬੰਨੇ ਕਿਸੇ ਦਾ ਧਿਆਨ ਨਹੀਂ ਹੈਗਾ। ਇੰਨੀ ਜ਼ਿਆਦਾ ਮਹਿੰਗਾਈ, ਕਰੀਬ ਕਿੱਥੇ ਜਾ ਕੇ 300 ਰੁਪਇਆ ਦਿਹਾੜੀ, ਉਹ ਵੀ ਮਹੀਨੇ ਦੇ ਵਿੱਚ 15 ਦਿਨ ਲੱਗਦੇ ਆ। ਤੇ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਟਾਈਮ 'ਚ ਕੋਈ 300-350 ਰੁਪਏ ਦਾ ਸਿਲੰਡਰ ਸੀ ਤੇ ਸਬਸਿਡੀ ਵੀ ਮਿਲਦੀ ਸੀ ਜੀ। ਅੱਜ ਇਹਨਾਂ ਨੇ ਸਬਸਿਡੀ ਵੀ ਬੰਦ ਕਰ ਦਿੱਤੀ ਆ ਤੇ 1150 ਰੁਪਏ ਹੋ ਗਿਆ, 30 ਰੁਪਏ ਘਰ ਛੱਡਣ ਵਾਲੇ ਲੈ ਜਾਂਦੇ ਆ ਤੇ 1200 ਪੈ ਗਿਆ। ਕੀ ਕਰਨਗੇ ਗਰੀਬ ਲੋਕ? 30 ਰੁਪਏ ਕਿਲੋ ਆਟਾ ਹੋ ਗਿਆ ਤੇ ਮਹੀਨੇ ਦਾ ਜਿਹੜਾ ਗੁਜ਼ਾਰਾ ਹੈ ਲੋਕਾਂ ਦਾ, ਉਹ ਬਜਟ ਤੋਂ ਬਾਹਰ ਆ। ਤੇ ਇਹ ਬਹੁਤ ਮੰਦਭਾਗੀ ਗੱਲ ਇਹਨਾਂ ਵਾਸਤੇ। ਇਹ ਸ੍ਰੀਲੰਕਾ ਵਾਲਾ ਕੰਮ ਹੋ ਰਿਹਾ ਜੀ ਇੱਥੇ।
ਕਿੰਨਾ ਜਿਹੜਾ ਤੁਹਾਨੂੰ ਅਖੀਰ ਦੇ ਵਿੱਚ ਜਿਹੜੀ ਸਬਸਿਡੀ ਮਿਲਦੀ ਸੀ ਕਿੰਨੀ ਮਿਲਦੀ ਸੀ ਸਿਲੰਡਰ ਤੇ? ਹੁਣ ਤੇ 20 ਰੁਪਏ ਦਿੰਦੇ ਸੀ ਜੀ, ਉਹ ਵੀ ਬੰਦ ਕਰਤੇ ਨੇ। ਹਾਂਜੀ ਚਲੋ ਠੀਕ ਹੈ, ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਵਿਕਰਮ, ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਫਿਰ ਘੁੰਮਣ ਸਾਹਿਬ ਕੋਲੇ ਜਾਵਾਂਗੇ ਕਿ ਜਿਹੜੇ ਹਿਸਾਬ ਦੇ ਨਾਲ ਸਾਡੇ ਦਰਸ਼ਕ ਕਹਿ ਰਹੇ ਆ, ਜਦੋਂ ਕੌਮਾਂਤਰੀ ਪੱਧਰ ਦੇ ਉੱਤੇ ਰੁਪਏ ਦੀ ਕੀਮਤ ਡਿੱਗ ਜਾਂਦੀ ਹੈ, ਰੁਪਏ ਦੀ ਕੀਮਤ ਘਟ ਜਾਂਦੀ ਹੈ, ਤਾਂ ਕੀ ਉਹ ਵੀ ਇੱਕ ਵੱਡਾ ਪ੍ਰਭਾਵ ਮਹਿੰਗਾਈ ਦੇ ਉੱਤੇ ਪਾਉਂਦਾ ਹੈ? ਕਿੰਨਾ ਕੁ ਪ੍ਰਭਾਵ ਉਸ ਦੇ ਨਾਲ ਪੈਂਦਾ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਪੈਂਦਾ? ਜੀ ਬਿਲਕੁਲ ਪੈਂਦਾ ਵਾ। ਜਿੰਨਾ ਜਿੰਨਾ ਰੁਪਇਆ ਥੱਲੇ ਡੇਗੇਗਾ ਡਾਲਰ ਦੀ ਵੈਲਿਊ ਵਧੇਗੀ ਤੇ ਉਹ ਡਾਇਰੈਕਟਲੀ ਇੰਪੈਕਟ ਪਾਉਂਦਾ ਵਾ। ਇੱਥੇ ਸਾਡੇ ਇੱਕ ਦਰਸ਼ਕ ਨੇ ਗੱਲ ਕੀਤੀ ਕਿ ਜਿਹੜੀ ਵੀਟ ਦੀ ਆ, ਜਿਹੜਾ ਕਣਕ ਦੀ ਆ, ਆਟਾ ਬਹੁਤ ਮਹਿੰਗਾ ਹੋ ਗਿਆ ਤੇ ਇਹ ਵੀ ਦੱਸਦਾ ਵਾ ਕਿ ਕਿੰਨੀ ਮਹਿੰਗਾਈ ਆ। ਆਪਾਂ ਜਨਵਰੀ ਮੰਥ ਦੇ ਵਿੱਚ ਜਿਹੜੀ ਅਗਰ ਆਪਾਂ ਦੇਖੀਏ ਤੇ ਜਿਹੜੀ ਇਨਫਲੇਸ਼ਨ ਸੀ ਕੁਝ 6.5% ਦੇ ਆਸ-ਪਾਸ ਰਹੀ ਸੀ, ਪਰ ਅਗਰ ਆਟੇ ਦੀ ਦੇਖੀਏ ਇਨਫਲੇਸ਼ਨ ਤੇ 25% ਰਹੀ ਆ। ਮਤਲਬ ਅਗਰ ਦੇਖੀਏ ਕਿੰਨੀ ਜ਼ਿਆਦਾ ਰਹੀ ਆ। ਸੋ ਓਬਵੀਅਸਲੀ ਗੱਲ ਆ ਕਿ ਇਹ ਚੁਭੇਗਾ। ਸਰ ਨੇ ਸਾਡੀ ਗੱਲ ਕੀਤੀ ਸੀ ਕਿ ਆਪਾਂ ਹੋਰਡਿੰਗ ਕਰਨੀ ਵੀ ਜ਼ਰੂਰੀ ਆ। ਆਪਾਂ ਇੱਥੇ ਦੇਖੀਏ ਸਰਕਾਰ ਦੀ ਇੱਕ ਪਾਲਿਸੀ ਸੀ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਸਰਕਾਰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਟੌਪ ਫਸਲਾਂ ਟੋਮੈਟੋ, ਓਨੀਅਨ ਤੇ ਪੋਟੈਟੋ, ਇਹ 3 ਫਸਲਾਂ ਨੇ ਜਿਹੜੀ 2 ਰੁਪਏ ਕਿਲੋ ਵੀ ਵਿਕਦੀ ਆ ਤੇ 100 ਰੁਪਏ ਕਿਲੋ ਵੀ ਵਿਕਦੀ ਆ। ਜਿੱਦਾਂ ਜਿੱਦਾਂ ਹਾਰਵੈਸਟ ਹੁੰਦੀ ਆ ਇਹਨਾਂ ਦੇ ਰੇਟ ਡਾਊਨ ਹੋ ਜਾਂਦੇ ਆ ਤੇ ਜਦੋਂ ਇਹਨਾਂ ਦੀ ਸਪਲਾਈ ਘਟ ਜਾਂਦੀ ਆ ਹਾਰਵੈਸਟ ਤੋਂ ਬਾਅਦ ਤੇ ਇਦਾਂ ਇਹਨਾਂ ਦੇ ਰੇਟ ਵੱਧ ਜਾਂਦੇ ਆ। ਸੋ ਇੱਥੇ ਸਾਨੂੰ ਇਹੋ ਜਿਹੇ ਜਿਹੜੇ ਵੈਜੀਟੇਬਲਸ ਹੈਗੇ ਨੇ, ਜਿਹੜੇ ਸਬਜ਼ੀਆਂ ਨੇ, ਇਹਨਾਂ ਦੀ ਹੋਲਡਿੰਗ ਮਤਲਬ ਇਹਨਾਂ ਨੂੰ ਇੱਕ ਕੋਲਡ ਚੇਨ ਸਟੋਰੇਜ ਦੇ ਵਿੱਚ ਲਿਆ ਕੇ ਵੀ ਇਹਨਾਂ ਦੀ ਹੋਲਡਿੰਗ ਕਰਨੀ ਚਾਹੀਦੀ ਹੈ ਤਾਂ ਜੋ ਜਿਹੜੀ ਇਹਨਾਂ ਦੀ ਪ੍ਰਾਈਸ ਆ ਉਹ ਸਟੇਬਲਾਈਜ਼ ਰਵੇ ਥਰੂ ਆਊਟ ਦਾ ਈਅਰ। ਇਹ ਨਾ ਹੋਵੇ ਕਿ ਜਦੋਂ ਹਾਰਵੈਸਟ ਦਾ ਸੀਜ਼ਨ ਆ ਉਦੋਂ 2 ਰੁਪਏ ਕਿਲੋ ਵਿਕਦਾ, ਜਿਸ ਨਾਲ ਕਿ ਕਿਸਾਨ ਨੂੰ ਨੁਕਸਾਨ ਹੁੰਦਾ ਵਾ, ਪਰ ਜਦੋਂ ਸੀਜ਼ਨ ਆਫ ਹੋ ਜਾਂਦਾ ਵਾ ਉਹ 100 ਰੁਪਏ ਕਿਲੋ ਵਿਕਦਾ ਵਾ, ਜਿਹਦੇ ਨਾਲ ਕਿ ਇੱਕ ਜਿਹੜਾ ਦੁਕਾਨਦਾਰ ਆ ਜਾਂ ਆਪਾਂ ਕਹਿ ਲਓ ਬਿਜ਼ਨਸਮੈਨ ਆ ਉਹਨੂੰ ਫਾਇਦਾ ਹੁੰਦਾ ਵਾ, ਪਰ ਕਿਸਾਨ ਨੂੰ ਨਹੀਂ ਹੁੰਦਾ। ਸੋ ਇੱਥੇ ਇਸ ਜਿਹੜੇ ਕੋਲਡ ਚੇਨ ਸਟੋਰੇਜ ਆ ਉਹ ਵੀ ਬਣਾਉਣ ਦੀ ਬਹੁਤ ਜ਼ਰੂਰਤ ਆ ਤਾਂ ਜੋ ਜਿਹੜੀ ਫੂਡ ਇਨਫਲੇਸ਼ਨ ਆ ਉਹਨੂੰ ਵੀ ਥੋੜਾ ਜਿਹਾ ਕੰਟਰੋਲ ਕੀਤਾ ਜਾ ਸਕੇ। ਠੀਕ ਹੈ ਜੀ, ਠੀਕ ਹੈ। ਘੁੰਮਣ ਸਾਹਿਬ, ਤੁਹਾਡੇ ਕੋਲ ਵੀ ਆਵਾਂਗੇ। ਇੱਕ ਜਿਹੜੀ ਵਿਕਰਮ ਨੇ ਇਹ ਗੱਲ ਕਹੀ ਔਰ ਦੂਸਰਾ ਜੋ ਸਾਡੇ ਦਰਸ਼ਕ ਕਹਿ ਰਹੇ ਸੀਗੇ ਕਿ ਜਦੋਂ ਰੁਪਏ ਦੀ ਕੀਮਤ ਘਟ ਜਾਂਦੀ ਹੈ ਇੰਟਰਨੈਸ਼ਨਲ ਲੈਵਲ 'ਤੇ ਤਾਂ ਉਹਦਾ ਵੀ ਫਰਕ ਮਹਿੰਗਾਈ ਦੇ ਉੱਤੇ ਪੈਂਦਾ। ਕਿੰਨਾ ਕੁ ਅਸਰ ਪੈਂਦਾ ਜਾਂ ਨਹੀਂ ਪੈਂਦਾ? ਦੇਖੋ, ਜਿੱਥੋਂ ਤੱਕ ਤਾਂ ਉਹਨਾਂ ਵਸਤਾਂ ਦਾ ਸੰਬੰਧ ਹੈ ਜਿਹੜਾ ਅਸੀਂ ਆਪਣੇ ਦੇਸ਼ 'ਚ ਘੱਟ ਪੈਦਾ ਕਰਦੇ ਹਾਂ ਤੇ ਸਾਨੂੰ ਲੋੜ ਪੂਰੀ ਕਰਨ ਲਈ ਬਾਹਰੋਂ ਮੰਗਵਾਉਣੀਆਂ ਪੈਂਦੀਆਂ ਜੀ। ਜਿਵੇਂ ਤੇਲ ਤੇ ਗੈਸ ਜਿਹੜੀ ਹੈ ਇਹਦਾ ਬਹੁਤ ਵੱਡਾ ਹਿੱਸਾ ਜਿਹੜਾ ਸਾਨੂੰ ਕਰੂਡ ਆਇਲ ਬਾਹਰੋਂ ਮੰਗਵਾਉਣਾ ਪੈਂਦਾ ਹੈ ਤੇ ਉਹ ਅਸੀਂ ਜਦੋਂ ਬਾਹਰੋਂ ਕੁਝ ਖਰੀਦਦੇ ਹਾਂ ਤੇ ਉਹ ਰੁਪਈਆਂ ਦੇ ਵਿੱਚ ਅਸੀਂ ਉਹਦਾ ਭੁਗਤਾਨ ਨਹੀਂ ਕਰ ਸਕਦੇ। ਉਹਦਾ ਭੁਗਤਾਨ ਜਿਹੜਾ ਹਾਰਡ ਕਰੰਸੀ 'ਚ ਕਰਨਾ ਪੈਂਦਾ, ਅੰਤਰਰਾਸ਼ਟਰੀ ਕਰੰਸੀ ਜਿਹੜੀ ਆ ਉਹਦੇ 'ਚ ਕਰਨਾ ਪੈਂਦਾ ਜੀ। ਤੇ ਭਾਵੇਂ ਪਾਉਂਡ ਹੋਵੇ ਤੇ ਭਾਵੇਂ ਡਾਲਰ ਹੋਵੇ ਤੇ ਭਾਵੇਂ ਯੂਰੋ ਹੋਵੇ। ਡਾਲਰ ਜਿਹੜਾ ਇਸ ਵੇਲੇ ਜਿਹੜਾ ਕਿ ਉਸ ਵੇਲੇ 60 ਰੁਪਏ ਸੀ 2014 ਤੋਂ ਪਹਿਲਾਂ, ਹੁਣ 83 ਰੁਪਏ ਹੋਇਆ। ਇਹਦਾ ਮਤਲਬ ਇਹ ਹੈ ਕਿ ਅਸੀਂ ਜਿਹੜਾ ਰੁਪਈਆ ਆਫਟਰ ਆਲ ਅਸੀਂ ਭੁਗਤਾਨ ਕਿਵੇਂ ਕਰਨਾ ਹੈ ਕਿ ਬਾਹਰ ਵਸਤਾਂ ਭੇਜਾਂਗੇ, ਸਾਨੂੰ ਡਾਲਰ ਮਿਲੇਗਾ ਤੇ ਉਸ ਨਾਲ ਅਸੀਂ ਆਇਲ ਦਾ ਬਿੱਲ ਚੁਕਾਵਾਂਗੇ। ਸੋ ਇਹ ਬਿਲਕੁਲ ਠੀਕ ਹੈ ਕਿ ਜਦੋਂ ਵੀ ਸਾਡਾ ਵਟਾਂਦਰਾ ਦਾ ਰੁਪਈਏ ਦਾ, ਜਿਹਨੂੰ ਐਕਸਚੇਂਜ ਰੇਟ ਕਹਿੰਦੇ ਆ, ਜਦੋਂ ਰੁਪਈਆ ਡਾਲਰ ਜਾਂ ਹੋਰ ਕਰੰਸੀਆਂ ਦੇ ਮੁਕਾਬਲੇ ਗਿਰਦਾ ਹੈ ਤਾਂ ਉਹਨਾਂ ਵਸਤਾਂ ਤੇ ਜਿਹੜੀਆਂ ਅਸੀਂ ਜ਼ਿਆਦਾ ਬਾਹਰੋਂ ਮੰਗਵਾਉਂਦੇ ਆ ਉਹਨਾਂ ਦੀ ਕੀਮਤ ਵੱਧਦੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਕਈ ਵਾਰੀ ਇਹ ਹੁੰਦਾ ਕਿ ਅੰਤਰਰਾਸ਼ਟਰੀ ਕੀਮਤਾਂ ਬਾਜ਼ਾਰ 'ਚ ਉਹਨਾਂ ਵਸਤਾਂ ਦੀਆਂ ਗਿਰ ਜਾਂਦੀਆਂ ਨੇ, ਜਿਵੇਂ ਆਇਲ ਦੀਆਂ ਕਾਫੀ ਥੱਲੇ ਆਈਆਂ ਸ਼ੁਰੂ 'ਚ ਜਦੋਂ 2014 'ਚ BJP ਦਾ ਰੂਲ ਆਇਆ ਤਾਂ ਇਹਨਾਂ ਨੇ ਲੋਕਾਂ ਨੂੰ ਪਾਸ ਔਨ ਨਹੀਂ ਕੀਤਾ, ਸਗੋਂ ਸਰਪਲਸ ਜਨਰੇਟ ਕਰਕੇ ਕੇਂਦਰ ਸਰਕਾਰ ਲੈ ਗਈ। ਇੱਕ ਤਾਂ ਉਹ ਹਿੱਸਾ। ਦੂਜਾ, ਇੱਕ ਮੇਰੇ ਦੋਸਤ ਨੇ ਕਾਲਰ ਨੇ ਬਹੁਤ ਵਧੀਆ ਗੱਲ ਕੀਤੀ ਸੀ ਕਿ ਹੋਰ ਮੁੱਦੇ ਜਿਹੜੇ ਆ ਉਹ ਭਾਰੀ ਹੋ ਜਾਂਦੇ ਨੇ ਤੇ ਲੋਕਾਂ ਦੇ ਮੁੱਦੇ ਦਬ ਜਾਂਦੇ ਨੇ। ਮੈਂ ਆਪਣੇ ਦੋਸਤ ਦੇ ਧਿਆਨ 'ਚ ਲੈਣਾ ਚਾਹਾਂਗਾ ਕਿ ਪੋਲੀਟੀਕਲ ਪਾਰਟੀਆਂ ਜਿਹੜੇ ਗੈਰ ਆਰਥਿਕ ਮੁੱਦੇ ਆ ਉਹ ਤਾਂ ਹੀ ਚੱਕਦੀਆਂ ਨੇ ਕਿ ਲੋਕ ਆਰਥਿਕ ਮੁੱਦਿਆਂ ਦੀ ਗੱਲ ਨਾ ਕਰਨ, ਲੋਕ ਮਹਿੰਗਾਈ ਦੀ ਗੱਲ ਨਾ ਕਰਨ, ਲੋਕ ਜਿਹੜਾ ਰੁਜ਼ਗਾਰ ਦੀ ਬੇਰੁਜ਼ਗਾਰੀ ਦੀ ਗੱਲ ਨਾ ਕਰਨ, ਲੋਕ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਨਾ ਕਰਨ ਤਾਂ ਕਿ ਹੋਰ ਮੁੱਦੇ ਚੱਕ ਕੇ ਲੋਕਾਂ ਨੂੰ ਉੱਧਰ ਉਲਝਾ ਦਿਓ। ਉਹ ਇਸ ਕਰਕੇ ਹੀ ਕਰਦੇ ਨੇ ਤੇ ਹੁਣ ਵੀ ਦੇਸ਼ 'ਚ ਤੇ ਹਰ ਥਾਂ ਇਹੀ ਹੋ ਰਿਹਾ ਕਿ ਸਰਕਾਰਾਂ ਜਦੋਂ ਆਰਥਿਕ ਮੁੱਦਿਆਂ ਦੀ, ਬੁਨਿਆਦੀ ਮੁੱਦਿਆਂ ਦੀ ਗੱਲ ਨਹੀਂ ਕਰਦੀਆਂ ਤਾਂ ਲੋਕਾਂ ਦਾ ਧਿਆਨ ਉੱਧਰੋਂ ਹਟਾਉਣ ਲਈ ਹੋਰ ਮੁੱਦੇ ਖੜੇ ਕਰ ਲੈਂਦੇ ਜਾਂਦੇ ਨੇ, ਭਾਵੇਂ ਧਾਰਮਿਕ ਮੁੱਦਾ ਹੋਵੇ, ਭਾਵੇਂ ਵਾਇਲੈਂਸ ਦਾ ਮੁੱਦਾ ਹੋਵੇ, ਭਾਵੇਂ ਦੇਸ਼ ਦੀ ਸੁਰੱਖਿਆ, ਕੋਈ ਵੀ ਮੁੱਦਾ ਹੋਵੇ। ਠੀਕ ਹੈ, ਠੀਕ ਹੈ,
ਠੀਕ ਹੈ ਕੁਮਨ ਸਾਹਿਬ, ਹੋਰ ਕਾਲਰ ਵੀ ਸਾਡੇ ਨਾਲ ਨੇ। ਨਾਮ ਕੀ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਜਸਵੀਰ ਸਿੰਘ ਬੋਲਦਾ ਜੀ, ਕਿੱਥੋਂ ਗੱਲ ਕਰ ਰਹੇ ਹੋ? ਤੇ ਸਰ ਜੀ, ਇੰਨੀ ਸਿਲੰਡਰ ਦੀ ਮਹਿੰਗਾਈ ਹੋ ਗਈ, ਗਰੀਬ ਬੰਦਾ ਕੀ ਕਰੂਗਾ? ਅੱਜ ਕੱਲ ਅਸੀਂ 250 ਰੁਪਏ ਦਿਹਾੜੀ ਕਰਦੇ ਆ ਜੀ। ਮੋਦੀ ਸਰਕਾਰ ਨੇ ਐਡਾ ਪੰਗਾ ਪਾਤਾ, ਆਹ ਵੇਖ ਲਓ ਜੀ। ਤੇ ਹੁਣ ਕੀ ਕਰੀਏ, ਕਿੱਥੇ ਜਾਈਏ? ਲੱਕੜ ਬਾਲਣ ਇੰਨਾ ਮਹਿੰਗਾ ਹੋ ਗਿਆ, ਆਟਾ ਇੰਨਾ ਮਹਿੰਗਾ ਹੋ ਗਿਆ, ਲੈਣਾ ਚ ਲੱਗ ਕੇ ਸਾਨੂੰ ਰਾਸ਼ਨ ਨਹੀਂ ਮਿਲਦਾ ਗਰੀਬਾਂ ਨੂੰ। ਬੱਚੇ ਪੜ੍ਹਾਈਏ, ਇੱਕ ਸਿਲੰਡਰ ਲਈਏ, ਤੇ ਕਿੱਥੇ ਜਾਈਏ ਦੱਸੋ? ਠੀਕ ਹੈ ਜੀ, ਜੁੜਨ ਦੇ ਲਈ ਧੰਨਵਾਦ। ਹੋਰ ਵੀ ਕਾਲਰ ਜੁੜੇ ਹੋਏ ਨੇ। ਨਾਮ ਕੀ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਜੀ ਨਾਮ ਦੱਸਿਓ ਆਪਣਾ, ਕਿੱਥੋਂ ਗੱਲ ਕਰ ਰਹੇ ਹੋ? ਪਲਵਿੰਦਰ ਕੌਰ ਜੀ, ਪਲਵਿੰਦਰ ਕੌਰ, ਜਲੰਧਰ ਕੈਂਟ ਜੀ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅਸੀਂ ਕਹਿਣਾ ਚਾਹੁੰਦੇ ਵੀ ਮਹਿੰਗਾਈ ਦੇਖੋ ਇੰਨੀ ਕਰੀ ਜਾ ਰਹੇ ਆ, ਤੇ ਜਿੱਥੇ ਗਰੀਬ ਲੋਕ ਹੈ, ਹੁਣ ਅਸੀਂ ਸਾਡੇ ਘਰ ਨਾ ਕੋਈ ਕਮਾਈ ਦਾ ਸਾਧਨ ਹੈ, ਨਾ ਕੋਈ ਹੈ, ਨਾ ਮੇਰਾ ਹਸਬੈਂਡ ਆ, ਨਾ ਕੋਈ ਬੱਚਾ ਹੈ ਮੇਰਾ, ਤੇ ਅਸੀਂ ਕਿੱਥੋਂ ਵੀ ਖਾ ਸਕਦੇ ਆ ਤੇ ਕਿੱਥੋਂ ਸਿਲੰਡਰ ਲੈ ਸਕਦੇ ਨੇ ਇੰਨਾ ਮਹਿੰਗਾ? ਸਰਕਾਰ ਨੂੰ ਕੁਝ ਸੋਚਣਾ ਤਾਂ ਚਾਹੀਦਾ ਹੈ ਨਾ। ਠੀਕ ਹੈ ਜੀ, ਠੀਕ ਹੈ, ਤੁਸੀਂ ਜੁੜੇ, ਆਪਣੀ ਰਾਏ ਜਿਹੜੀ ਆ ਉਹ ਦਿੱਤੀ, ਜਾਂ ਆਪਣਾ ਜੋ ਤੁਹਾਡਾ ਸਰਕਾਰ ਤੱਕ ਤੁਸੀਂ ਚਾਹੁੰਦੇ ਸੀ ਕਿ ਸੁਨੇਹਾ ਪਹੁੰਚੇ ਉਹ ਤੁਸੀਂ ਦਿੱਤਾ। ਤਾਂ ਬਹੁਤ ਸਾਰੇ ਲੋਕ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਸੀਗੇ। ਹੋਰ ਵੀ ਕਾਲਰ ਸਾਡੇ ਨਾਲ ਨੇ। ਕੀ ਨਾਮ ਹੈ ਜੀ, ਕੀ ਕਹਿਣਾ ਚਾਹੁੰਦੇ ਹੋ ਜੀ ਇਸ ਮਸਲੇ ਦੇ ਉੱਤੇ? ਸੰਪਰਕ ਕੱਟ ਗਿਆ ਲੱਗਦਾ ਉਹਨਾਂ ਦੇ ਨਾਲ। ਤਾਂ ਇਹ ਵੱਖ-ਵੱਖ ਥਾਵਾਂ ਤੋਂ ਕਾਲਰ ਸਾਡੇ ਨਾਲ ਜੁੜੇ ਸੀ। ਅੱਜ ਇਹ ਮਸਲਾ ਸੀਗਾ ਕਿ ਮਹਿੰਗਾਈ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਆਮ ਲੋਕਾਂ ਦੇ ਵੱਸੋਂ ਬਾਹਰ ਹੋ ਰਹੀਆਂ ਨੇ। ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਆ, ਉਹਨਾਂ ਦੇ ਰੇਟ ਦਿਨ ਬ ਦਿਨ ਵੱਧ ਰਹੇ ਨੇ। ਹੁਣ ਗੈਸ ਦੀਆਂ ਕੀਮਤਾਂ ਸਰਕਾਰ ਦੇ ਵੱਲੋਂ ਵਧਾਈਆਂ ਗਈਆਂ, 50 ਰੁਪਏ ਦਾ ਵਾਧਾ ਹੋਰ ਕਰ ਦਿੱਤਾ ਗਿਆ। ਹਾਲਾਂਕਿ ਪਹਿਲਾ ਜਿਹੜਾ ਰੇਟ ਸੀਗਾ ਉਸ ਨੂੰ ਲੈ ਕੇ ਵੀ ਸਵਾਲ ਕਈ ਤਰ੍ਹਾਂ ਦੇ ਖੜੇ ਹੋ ਰਹੇ ਸੀ, ਔਰ ਲੋਕ ਵਾਰ-ਵਾਰ ਇਹੀ ਕਹਿੰਦੇ ਸੀ ਕਿ ਇਸ ਤੋਂ ਘੱਟ ਹੋਣਾ ਚਾਹੀਦਾ, ਕੀਮਤ ਇਹਦੀ ਇਸ ਤੋਂ ਅੱਧੀ ਕਰ ਦਿੱਤੀ ਜਾਵੇ, ਜਾਂ ਫਿਰ ਇਸ ਦੇ ਉੱਤੇ ਸਬਸਿਡੀ ਦੇਣੀ ਚਾਹੀਦੀ ਹੈ। ਪਰ ਸਰਕਾਰ ਵੱਲੋਂ ਪਹਿਲਾਂ ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀ ਗੈਸ ਦੇ ਉੱਤੇ, ਸਿਲੰਡਰਾਂ ਦੇ ਉੱਤੇ, ਤਾਂ ਉਹ ਵੀ ਬੰਦ ਕਰ ਦਿੱਤੀ ਗਈ ਤੇ ਹੁਣ ਰੇਟ ਹੋਰ ਵਧਾ ਦਿੱਤੇ ਗਏ ਨੇ, ਜਿਸ ਤੋਂ ਬਾਅਦ ਲੋਕ ਆਖਦੇ ਆ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਆਖਿਰਕਾਰ ਜਿਹੜਾ ਬੰਦਾ ਮੱਧਮ ਵਰਗ ਪਰਿਵਾਰ ਦੇ ਵਿੱਚੋਂ ਹੈ, ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਜਿਹੜੇ ਪਰਿਵਾਰ ਨੇ, ਉਹ ਆਖਿਰਕਾਰ ਗੁਜ਼ਾਰਾ ਕਿਵੇਂ ਕਰੇਗਾ। ਸਾਡੇ ਨਾਲ ਮਹਿਮਾਨ ਜੁੜੇ। ਕੁਮਨ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਵਿਕਰਮ ਸਿੰਘ, ਤੁਸੀਂ ਜੀ। ਕੁਮਨ ਸਾਹਿਬ, ਕੁਝ ਸਮੇਂ ਦੇ ਵਿੱਚ ਆਪਣੀ ਗੱਲ ਪੂਰੀ ਕਰਿਓ ਜੀ। ਇੱਕ ਮਿੰਟ ਬਸ। ਮੈਂ ਕਹਿਣਾ ਚਾਹੁੰਦਾ ਕਿ ਇੱਕ ਦੋਸਤ ਨੇ ਕਿਹਾ ਸੀ ਕਿ ਮਹਿੰਗਾਈ ਕਰਕੇ ਜਿਹੜਾ ਪੈਸੇ ਦੀ ਕੀਮਤ ਘਟਣ ਨਾਲ ਮਹਿੰਗਾਈ ਵਧੀ ਹੈ। ਇਹ ਮੈਂ ਕਰੈਕਸ਼ਨ ਕਰਨੀ ਚਾਹੁੰਦਾ ਕਿ ਮਹਿੰਗਾਈ ਕਰਕੇ ਪੈਸੇ ਦੀ ਕੀਮਤ ਘਟਦੀ ਹੈ, ਨਾ ਕਿ ਪੈਸੇ ਦੀ ਕੀਮਤ ਘਟਣ ਕਰਕੇ ਮਹਿੰਗਾਈ ਵੱਧਦੀ ਹੈ। ਸੋ ਇਹ ਮੈਂ ਕਰੈਕਸ਼ਨ ਕਰਨੀ ਚਾਹੁੰਦਾ ਸੀ ਦੋਸਤ ਦੀ। ਥੈਂਕ ਯੂ। ਠੀਕ ਹੈ ਜੀ, ਬੜਾ ਵਾਜਬ ਪੁਆਇੰਟ ਆ, ਔਰ ਉਮੀਦ ਕਰਦੇ ਹਾਂ ਕਿ ਉਹਨਾਂ ਕੋਲ ਇਹ ਪਹੁੰਚ ਗਿਆ ਹੋਊਗਾ ਕਿ ਫਰਕ ਉਲਟਾ ਹੁੰਦਾ। ਜੇ ਮਹਿੰਗਾਈ ਵੱਧ ਜਾਂਦੀ ਹੈ ਤਾਂ ਉਹਦੇ ਨਾਲ ਰੁਪਏ ਦੀ ਕੀਮਤ ਜਿਹੜੀ ਆ ਕੌਮਾਂਤਰੀ ਪੱਧਰ ਦੇ ਉੱਤੇ ਘਟ ਜਾਂਦੀ ਹੈ। ਤੁਸੀਂ ਸਾਡੇ ਨਾਲ ਜੁੜੇ, ਬਹੁਤ-ਬਹੁਤ ਧੰਨਵਾਦ ਜੀ। ਵਿਕਰਮ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਤਾਂ ਇਹ ਅੱਜ ਵਿਸ਼ਾ ਮਹਿੰਗਾਈ ਨੂੰ ਲੈ ਕੇ ਸੀ। ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ, ਔਰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਤੁਸੀਂ ਆਪਣੀ ਰਾਏ ਇਸ ਪ੍ਰੋਗਰਾਮ ਨੂੰ ਲੈ ਕੇ ਵੀ ਦੇ ਸਕਦੇ ਹੋ, ਔਰ ਹੋਰ ਵੀ ਜਿਹੜੇ ਸਾਡੇ ਪ੍ਰੋਗਰਾਮ ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ ਤੇ ਚੱਲਦੇ ਆ, ਉਸ ਨੂੰ ਲੈ ਕੇ ਵੀ ਆਪਣੀ ਰਾਏ ਤੇ ਆਪਣੇ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਫਿਰ ਜੁੜਾਂਗੇ ਤੁਹਾਡੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।